24 ਦੀਆਂ ਪਾਰਲੀਮੈਂਟ ਇਲੈਕਸ਼ਨ ਰਾਸੀ ਤਰ੍ਹਾਂ ਜੇ ਮੈਂ ਨਾਂ ਲਵਾਂਗਾ ਤਾਂ ਗੱਲ ਉਹੀ ਹੈ, ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ, ਆਪਾਂ ਤੁਹਾਡੀ ਆਪ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰ ਲਈਏ, ਕਾਂਗਰਸ ਦੀ ਦਾਅਵੇਦਾਰੀਆਂ 13 ਸੀਟਾਂ ਲਈ ਔਰ ਗੱਠਜੋੜ ਦੇ ਦੂਜੀਆਂ ਤਰ੍ਹਾਂ ਦੇ ਬਾਰੇ 'ਚ ਦਾਅਵੇ ਕੀਤੇ ਜਾਂਦੇ ਕਿ ਕੌਣ ਕਿਸ ਦੇ ਨਾਲ ਹੈ। ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ? ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ, ਤਾਂ ਉਹ ਇੱਕੋ ਇੱਕ ਮੁੱਦਾ ਹੈ ਕਿ ਪੰਜਾਬ ਨੂੰ ਦੇਖ ਕੇ ਨੇ ਪੂਰੇ ਦੇਸ਼ ਨੂੰ ਧਿਆਨ ਹਿੱਤ ਦੇ ਵਿੱਚ ਰੱਖ ਕੇ ਇਸ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਿੱਸਾ ਪਾਇਆ ਸੀ ਤਾਂ ਕਿ ਦੇਸ਼ ਦੇ ਵਿੱਚੋਂ ਬੀਜੇਪੀ ਨੂੰ ਬਾਹਰ ਕੀਤਾ ਜਾਵੇ। ਦੇਸ਼ ਸਾਡਾ ਲੋਕਤੰਤਰ ਹੈ ਜਿਹੜਾ ਖਤਰੇ ਦੇ ਵਿੱਚ ਸੀ। ਆਮ ਆਦਮੀ ਪਾਰਟੀ ਨੂੰ ਆਪਣੇ ਹਿੱਤ ਪਿਆਰੇ ਨਹੀਂ, ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ, ਦੇਸ਼ ਦੇ ਲੋਕਾਂ ਦੇ ਹਿੱਤ ਪਿਆਰੇ ਨੇ, ਜਿਸ ਕਰਕੇ ਆਮ ਆਦਮੀ ਪਾਰਟੀ ਇਹ ਕਦਮ ਚੁੱਕਣ ਜਾ ਰਹੀ ਸੀ। ਜੇਕਰ ਕਿਸੇ ਪਾਰਟੀ ਨੂੰ ਕਿਸੇ ਆਪਣੇ ਹਿੱਤ ਪਰਸਨਲ ਹਿੱਤਾਂ ਦੇ ਲਈ ਕੋਈ ਨਾ ਕੋਈ ਸਮਝੌਤੇ ਦੇ ਵਿੱਚ ਹੁਣ ਤਾਈ ਲੱਗਦੀ ਹੈ ਤਾਂ ਆਮ ਆਦਮੀ ਪਾਰਟੀ ਇਕੱਲਿਆਂ ਪੰਜਾਬ ਦੇ ਵਿੱਚ ਚੋਣ ਲੜਨ ਲਈ ਤਿਆਰ ਹੋ, ਚੋਣ ਲੜੇਗੀ ਸੀ। इंडिया गठजोड़ 28+ ਪੋਲੀਟੀਕਲ ਪਾਰਟੀਆਂ ਦਾ ਅਲਾਈਅੰਸ ਹੈ ਜੋ ਦੇਸ਼ ਨੂੰ, ਦੇਸ਼ ਦੇ ਲੋਕਤੰਤਰ ਨੂੰ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਬਣਿਆ ਹੈ ਭਾਰਤੀ ਜਨਤਾ ਪਾਰਟੀ ਤੋਂ। ਬੀਜੇਪੀ ਇਹ ਤਿੰਨ ਚੀਜ਼ਾਂ ਲਈ ਬਹੁਤ ਵੱਡਾ ਖਤਰਾ ਬਣ ਚੁੱਕੀ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਦੇਖ ਲਓ, ਕਦੇ ਨੋਟਬੰਦੀ, ਕਦੇ ਕ੍ਰਿਸ਼ੀ ਕਾਨੂੰਨ, 700 ਕਿਸਾਨ ਸ਼ਹੀਦ ਉਹਦੇ ਕਰਕੇ, ਲਖੀਮਪੁਰ ਕਾਂਡ, 6 ਵਾਅਦੇ ਕਰਕੇ ਘਰੇ ਭੇਜਿਆ ਸੀ, ਕੋਈ ਡਿਲੀਵਰ ਨਹੀਂ ਕੀਤਾ ਕਿਸਾਨਾਂ ਨੂੰ। ਉਹ ਤੋਂ ਬਾਅਦ 1 ਨੇਸ਼ਨ 1 ਇਲੈਕਸ਼ਨ ਦਾ ਜ਼ਿਕਰ ਕਰ ਦਿੰਦੇ ਹੈ। ਇੰਡੀਆ ਭਾਰਤ ਦੀ ਜਿਹੜੀ ਡਿਸਕਸ਼ਨ ਸ਼ੁਰੂ ਹੋ ਜਾਂਦੀ ਹੈ। ਤੇ ਹੋਰ ਐਸੀਆਂ ਬੜੀਆਂ ਚੀਜ਼ਾਂ ਹੈ ਜਿੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸਾਡੇ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਐਸਏਡੀ ਨੇ ਬੀਜੇਪੀ ਨੂੰ ਹਟਾਇਆ ਸੀਗਾ, ਬੀਜੇਪੀ ਦਾ ਜੇ ਕੱਟ ਕੇ ਐਸ ਕਰਤਾ ਸੀਗਾ ਬੀਐਸਪੀ ਦੇ ਨਾਲ ਜੁੜ ਕੇ, ਫਿਰ ਹੁਣ ਬੀਐਸਪੀ ਦਾ ਫਿਰ ਐਸ ਕੱਟ ਕੇ ਜੇ ਕਰਨ ਨੂੰ ਫਿਰਦੇ ਹੈ। ਉਹਦਾ ਕਾਰਨ ਬੜਾ ਸਪਸ਼ਟ ਹੈ ਸਤਿ ਸਾਹਿਬ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਲਾਠੀ ਦਾ ਸਹਾਰਾ ਜਿਹੜਾ ਹੈ ਉਹ ਚਾਹੀਦਾ ਹੁੰਦਾ ਹੈ। ਇਹ ਪਹਿਲਾਂ 2 ਟਾਈਮ ਦੀ ਸੱਤਾ ਪਾਰਟੀ ਸੀ, ਅੱਜ 2.5 ਐਮਐਲਏ ਤੇ ਆ ਗਏ ਹੈ, ਉਹਦੇ ਬਾਵਜੂਦ ਆਪਣੀ ਲੀਡਰਸ਼ਿਪ ਨੂੰ ਨਹੀਂ ਰਿਪਲੇਸ ਕੀਤਾ। ਨੈਸ਼ਨਲ ਲੈਵਲ ਤੇ ਸਾਡਾ ਇੰਡੀਆ ਦਾ ਗੱਠਜੋੜ ਹੈਗਾ 28+ ਪੋਲੀਟੀਕਲ ਪਾਰਟੀਆਂ ਦਾ। ਪੰਜਾਬ ਦੇ ਵਿੱਚ ਅਸੀਂ 13 ਦੀਆਂ 13 ਸੀਟਾਂ ਤੇ ਤਿਆਰੀ ਕਰ ਰਹੇ ਹਾਂ। ਜਦੋਂ ਹਾਈ ਕਮਾਂਡ ਸਾਡਾ ਇਹ ਸਾਡੇ ਨਾਲ ਗੱਲ ਕਰੂਗੀ ਇਹ ਮੁੱਦੇ ਤੇ ਸਾਡੀ ਪਾਰਟੀ ਇੱਕ ਡੈਮੋਕ੍ਰੈਟਿਕ ਸੈਟਅਪ ਹੈ। ਜੇ ਇੰਨਾ ਹੀ ਅਸੀਂ ਐਗਜ਼ਿਸਟ ਨਹੀਂ ਕਰਦੇ ਤੇ ਤੁਸੀਂ ਇਹਨਾਂ ਤਲਖੀ ਕਾਹਦੇ ਲਈ ਹੈ, ਇਹਨਾਂ ਡਰ ਕਾਹਦੇ ਲਈ ਹੈ ਜਿਹੜਾ ਤੁਸੀਂ ਬਾਰ-ਬਾਰ ਸ਼੍ਰੋਮਣੀ ਅਕਾਲੀ ਦਾ ਨਾਂ ਲੈ ਕੇ ਤੇ ਇੱਥੇ ਨਾਂ ਜਪਣ ਲੱਗੇ ਹੋਏ ਹੋ? ਗੱਲ ਕੁਝ ਹੋਰ ਚੱਲ ਰਹੀ ਹੈ ਵੀ ਚਲੋ ਸਮਝੌਤਿਆਂ ਦੀ ਕੀ ਗੱਲ ਚੱਲ ਰਹੀ ਹੈ, ਲੇਕਿਨ ਪੂਰੇ ਭਾਸ਼ਣ ਦੇ ਵਿੱਚ ਨਾ ਦੇ ਸਵਾਏ ਸ਼੍ਰੋਮਣੀ ਅਕਾਲੀ ਦਲ ਤੋਂ ਹੋਰ ਕੋਈ ਗੱਲ ਹੀ ਨਹੀਂ ਸੀ। ਇਹ ਆਪਣਾ ਦਰਦ ਸਮਝਣ, ਜਿਨ੍ਹਾਂ ਦੇ ਘਰ 'ਚ ਆਪ ਅੱਗ ਲੱਗੀ ਹੋਵੇ ਉਹ ਦੂਜਿਆਂ ਦੇ ਘਰਾਂ ਨੂੰ ਨਹੀਂ ਵੇਖਦੇ, ਪਹਿਲਾਂ ਆਪਣਾ ਘਰ ਬਚਾਉਂਦੇ ਆ। ਇਹ ਸਾਰੀ ਟੀਮ ਜਾ ਕੇ ਉੱਥੇ ਬਹਿ ਗਈ ਸੀ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਨਾਲ ਤੁਸੀਂ ਮਿਲਾਉਣਾ, ਤੇ ਅਗਲਿਆਂ ਨੇ ਠੁੱਡ ਮਾਰ ਕੇ ਤੇ ਸਾਰਿਆਂ ਨੂੰ ਨਾਲ ਮਿਲਾ ਲਿਆ ਜੀ। ਆਮ ਆਦਮੀ ਪਾਰਟੀ ਨੂੰ ਸਟੇਜ ਤੇ ਬਿਠਾ ਲਿਆ। ਇਹਨਾਂ ਨੂੰ ਪੁੱਛਿਆ ਕਿਸੇ ਨੇ, ਪੰਜਾਬ ਵਾਲਿਆਂ ਨੂੰ? ਜਾਂ ਕੱਲ ਨੂੰ ਇਹਨਾਂ ਨੂੰ ਪੁੱਛਣਾ ਕਿਸੇ ਨੇ? ਇਹ ਜਿੰਨਾ ਮਰਜ਼ੀ ਇੱਥੇ ਬਹਿ ਕੇ ਟੱਪੀ ਜਾਣ, ਟਪੂਸੀਆਂ ਮਾਰੀ ਜਾਣ, ਕਿਸੇ ਨੇ ਨਹੀਂ ਪੁੱਛਣਾ ਇਹਨਾਂ ਨੂੰ ਜਦੋਂ ਉੱਥੇ ਸਮਝੌਤੇ ਇਹਨਾਂ ਦੇ ਹੋ ਜਾਣੇ ਆ। ਮੈਂ ਸਮਝਦੀ ਹਾਂ ਕਿ ਕਾਂਗਰਸੀ ਤਾਂ ਵਿਚਾਰੇ ਆਪ ਹੀ ਇੰਨੇ ਬੌਂਦਲ ਗਏ ਆ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਉੱਪਰ ਇਹਨਾਂ ਦਾ ਸਮਝੌਤਾ ਹੋ ਰਿਹਾ ਔਰ ਥੱਲੇ ਇਹ ਕਹੀ ਜਾਂਦੇ ਇਕੱਠ ਕਰ ਕਰਕੇ ਕਿ ਅਸੀਂ ਇਕੱਲੇ ਲੜਾਂਗੇ, ਇਕੱਲੇ ਲੜਾਂਗੇ। ਹੁਣੇ ਅਕਾਲੀ ਦਲ ਦੇ ਪ੍ਰਵਕਤਾ ਨੇ ਵੀ ਕਿਹਾ, ਭੁੱਲਰ ਸਾਹਿਬ ਨੇ, ਕਿ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿ ਕੀ ਹੋ ਰਿਹਾ, ਇਹਨਾਂ ਨੂੰ ਹੁਕਮ ਆਉਣੇ ਆ ਔਰ ਡਿਸਪਲਿਨ ਦੀ ਇਹਨਾਂ ਦੇ ਵਿੱਚ ਇੰਨੀ ਘਾਟ ਆ ਕਿ ਇਹਨਾਂ ਨੇ ਬਿਖਰ ਜਾਣਾ ਸਾਰਿਆਂ ਨੇ। ਮੈਂ ਸਮਝਦੀ ਹਾਂ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਨੇ ਇੱਕ ਮਾਹੌਲ ਬਣਾਇਆ ਸੀ ਕਈ ਸਾਲਾਂ ਤੋਂ ਕਿ ਆਰਐਸਐਸ ਆ ਜਿਹੜੀ ਉਹਦੇ ਖਿਲਾਫ ਮਾਹੌਲ ਬਣਾਇਆ ਸੀ, ਉਹ ਟੁੱਟ ਚੁੱਕਿਆ। ਲੋਕਾਂ ਨੂੰ ਪਤਾ ਲੱਗ ਗਿਆ ਕਿ ਸੈਕੂਲਰ ਪਾਰਟੀ ਹੈ ਬੀਜੇਪੀ। ਇਹ ਸਿਰਫ ਜਿਹੜਾ ਅਕਾਲੀ ਦਲ ਨੇ ਮਾਹੌਲ ਬਣਾਇਆ ਸੀਗਾ ਉਹਦੇ 'ਚ ਲੋਕ ਬਾਹਰ ਨਿਕਲ ਕੇ ਆ ਗਏ। ਅੱਜ ਜਿਹੜੀ ਰੰਗਤ ਪੰਜਾਬ ਦੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਦੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ, ਚਾਹੇ ਉਹ ਹਿੰਦੁਸਤਾਨ ਦੇ ਪੱਧਰ ਤੇ ਹੈ, ਚਾਹੇ ਪੰਜਾਬ ਦੇ ਪੱਧਰ ਤੇ ਹੈ, ਜਾਂ ਇੰਟਰਨੈਸ਼ਨਲ ਪੱਧਰ ਤੇ ਹੈ, ਇੱਕ ਅੱਤਵਾਦੀਆਂ ਦੀ। ਤੁਸੀਂ ਕੀ ਉਮੀਦ ਕਰਦੇ ਹੋ? ਤੁਸੀਂ ਤੇ ਰੰਗਤ ਤੇ ਆਪਣੇ ਆਪ ਸਾਹਮਣੇ ਆਉਂਦੀ ਹੈ। ਔਰ ਅੱਜ ਤੁਸੀਂ ਸਾਰੀਆਂ ਸੰਸਥਾਵਾਂ 'ਚ ਵੇਖ ਲਓ ਕਿਹੜੇ ਲੋਕ ਬੈਠੇ ਨੇ ਜਾਂ ਜਿਨ੍ਹਾਂ ਨੂੰ ਬਿਠਾਇਆ ਜਾ ਰਿਹਾ, ਕਿਹੜੇ ਲੋਕ ਬਿਠਾਏ ਜਾ ਰਹੇ ਆ। ਇਸ ਕਰਕੇ ਰੰਗਤ ਜਿਹੜੀ ਆਪਣੀ ਇਹਨਾਂ ਦੀ ਹੈ, ਉਹ ਰੰਗ ਤੇ ਆਪਣੇ ਆਪ ਲੋਕਾਂ ਨੂੰ ਬਾਹਰ ਨਜ਼ਰ ਆਉਂਦਾ ਕਿਹਦਾ ਕੀ ਰੰਗ ਹੈਗਾ। ਉਹ 'ਚ ਸਾਡੀ ਕੋਈ ਸ਼ਮੂਲੀਅਤ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਕੋਈ ਰੰਗਤ ਦਿੱਤੀ ਹੋਵੇ। ਜਿੰਨਾ ਕਾਣ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਕੀਤਾ
ਉਹ ਭਰਪਾਈ ਨਹੀਂ ਹੋਣਾ। ਅਸੀਂ 100 ਸਾਲ ਪਿੱਛੇ ਸਿੱਟ ਤੇ ਅੱਜ ਪੰਜਾਬ ਜੇ ਖਾਲੀ ਹੋ ਰਿਹਾ ਤੇ ਬਾਦਲਾਂ ਦੀ ਕਰਤੂਤ ਕਰਕੇ ਹੋ ਰਿਹਾ, ਇਹਨਾਂ ਬਾਦਲ ਪਰਿਵਾਰ ਦੀ ਕਰਤੂਤ ਕਰਕੇ ਹੋ ਰਿਹਾ। ਮੈਂ ਜਿਸ ਤਰੀਕੇ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਚ ਹਮੇਸ਼ਾ ਹੀ ਸ਼ੂਰਾ ਮਾਰਿਆ, ਹਮੇਸ਼ਾ ਉਸ ਨਹੀਂ ਤੋਂ ਮਾਰਿਆ, ਜ਼ਿਆਦਾ ਜਿੰਨਾ ਗਿਰੇ ਹੋਏ ਕੰਮ ਬਾਦਲ ਨੇ, ਕੋਈ ਕਰ ਹੀ ਨਹੀਂ ਜਿੰਨਾ ਸਕਦਾ। ਸੁਖਬੀਰ ਬਾਦਲ ਨੇ ਜਿੰਨਾ ਮੋਹਾਲੀ ਜਿੰਨਾ ਦੇ ਵਿੱਚ ਜਿੰਨਾ ਪੈਸਿਆਂ ਉਹਨਾਂ ਨੇ ਦੀ ਢਾਹ ਢੇਰੀ ਲਾਈ ਹੈ ਕਰਕੇ, ਪੰਥ ਨੂੰ, ਪੈਸਿਆਂ ਉਨੀ ਦੀ ਢਾਹ ਢੇਰੀ ਕੋਈ ਪੰਥ ਨੂੰ ਲਾ ਹੀ ਨਹੀਂ ਸਕਦਾ। ਨਹੀਂ, ਸ਼੍ਰੋਮਣੀ ਪਤਾ- ਅਕਾਲੀ ਦਲ ਨੂੰ ਕੋਈ ਨਹੀਂ ਲਾ ਮੇਰਾ ਸਕਦਾ। father ਚੋਰ ਨੇ ਰਸਤੇ ਜਾ ਇੱਕ ਕੇ ਮਿੰਟ ਚੋਰ ਮੇਰੀ ਰਸਤੇ ਗੱਲ ਜਾ ਕੇ ਕੀਤੀ ਆ। ਯੂਪੀ ਦੇ ਵਿੱਚ ਜਾ ਕੇ ਬਿਲਕੁਲ ਮੰਤਰੀ ਗਲਤ ਬਣ ਜਾਣਾ, ਕਹਿ ਰਹੇ ਹੋ, ਚੋਰ ਰਸਤੇ ਜਾ ਕੇ, ਬਿਲਕੁਲ ਇਹ ਗਲਤ ਕੋਈ ਗੱਲ ਕਰ ਰਹੇ ਹੋ। ਭਲੇ ਵਾਲੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਪ੍ਰਕਾਸ਼ ਸਿੰਘ ਬਾਦਲ ਉੱਤੇ ਨਾ ਕਹਿ ਰਹੇ ਹੋ, ਕਰਤੂਤਾਂ ਆਪਣੇ ਪਰਿਵਾਰ ਦੀਆਂ ਦੇਖੋ ਪਹਿਲਾਂ ਤੁਸੀਂ, ਕਿਉਂਕਿ ਤੁਹਾਡਾ ਦਰਦ ਆਪਣੇ ਪਰਿਵਾਰ ਦਾ ਹੈ। ਇਹ ਕੋਈ ਬੀਜੇਪੀ ਦਾ ਦਰਦ ਨਹੀਂ ਹੈ, ਇਹ ਕੋਈ ਬੀਜੇਪੀ ਦਾ ਦਰਦ ਨਹੀਂ ਹੈ, ਤੁਹਾਡੇ ਆਪਣੇ ਪਰਿਵਾਰ ਦਾ ਦਰਦ ਹੈ। ਇਹ ਪਰਸਨਲ ਦਰਦ ਹੈ ਤੁਹਾਡਾ। ਕਰਤੂਤਾਂ ਆਪਣੇ ਪਰਿਵਾਰ ਦੀਆਂ ਦੇਖੋ ਤੁਸੀਂ, ਤੁਹਾਡੇ ਪਰਿਵਾਰ ਨੇ ਕੀ ਕੀਤਾ ਅੱਜ ਤੱਕ? ਮੇਰੇ ਪਰਿਵਾਰ ਨੇ, ਤੁਹਾਡੇ ਪਰਿਵਾਰ ਨੇ ਬੇੜਾ ਗਰਕ ਕੀਤਾ। ਕੰਬੋਜੀਆ ਸਾਹਿਬ ਨੇ ਹਮੇਸ਼ਾ ਪਿੱਠ ਛੁਰਾ ਮਾਰਿਆ। ਜੇਕਰ ਗੱਠਜੋੜ ਇੰਡੀਆ ਲੈਵਲ ਦੇ ਉੱਤੇ ਬਿਲਕੁਲ ਸਹੀ ਔਰ ਦੁਰਸਤ ਰਸਤੇ ਦੇ ਉੱਤੇ ਚੱਲਦਾ ਤਾਂ ਇਹਦੇ 'ਚ ਕੋਈ ਵੀ ਅਪਕਥਨੀ ਨਹੀਂ ਹੋਏਗੀ ਕਿ ਜਿਸ ਤਰ੍ਹਾਂ ਜੋ ਫੈਸਲਾ ਹਾਈ ਕਮਾਂਡ ਦਾ ਹੋਏਗਾ ਉਹੀ ਲਾਗੂ ਸੂਬਿਆਂ ਦੇ ਵਿੱਚ ਹੋਏਗਾ। ਉਹਨਾਂ ਦੀ ਆਪਸ ਦੇ ਵਿੱਚ ਉਹਨਾਂ ਦੀ ਵਿਰੋਧਤਾ ਟਕਸਾਲੀ ਬੀਜੇਪੀ ਦੇ ਵਲੰਟੀਅਰ ਤੋਂ ਨਿਕਲੇ ਕੱਲ ਮਗੋਹਰ ਦੇ ਸਾਬਕਾ ਵਿਧਾਇਕ ਆਰਮੀ ਦੀ ਆਮ ਆਦਮੀ ਪਾਰਟੀ ਕਿਸ ਕਰਕੇ ਸ਼ਾਮਲ ਕਰਦੇ ਗਏ ਨੇ ਕਿ ਸਾਨੂੰ ਬਿਨਾਂ ਪੁੱਛੇ ਔਰ ਸਾਡਾ ਹੱਕ ਮਾਰ ਲਿਆ ਗਿਆ ਬੀਜੇਪੀ ਦੀ ਕੇਂਦਰ ਦੀ ਟੀਮ ਵੱਲੋਂ। ਔਰ ਅਕਾਲੀ ਦਲ ਦੇ ਵਿੱਚ ਦੇਖੋ ਸੁਖਬੀਰ ਬਾਦਲ ਜੀ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਕਿਤੇ ਕਾਂਗਰਸ ਦੇ ਬੁਲਾਰੇ ਦੱਸ ਕੇ ਹਟੇ, ਮੈਂ ਵਾਰ-ਵਾਰ ਨਹੀਂ ਕਹਿਣਾ ਕਿ ਕਿੰਨੀਆਂ ਅਕਾਲੀ ਦਲ ਨਿਕਲ ਚੁੱਕੀਆਂ। ਔਰ ਇਹਨਾਂ ਦੇ ਮੌਜੂਦਾ ਵਿਧਾਇਕ ਮਨਪ੍ਰੀਤ ਯਾਦੀ ਜੀ ਪਿਛਲੇ ਇੱਕ ਸਭਾ ਤੋਂ ਚੱਲ ਰਹੀ ਪਾਰਟੀ ਦੇ ਨਾਲ ਕੀ ਕੁਛ ਇਹਨਾਂ ਦੀ ਇੰਟਰਨਲ ਲੀਡਰਸ਼ਿਪ ਕਰ ਰਹੀ ਹੈ। ਤੇ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਤਿਆਰੀ ਕਰ ਲੇ। ਇਹਨਾਂ ਦਾ ਜੋ ਹਸ਼ਰ ਹਿਮਾਚਲ ਤੇ ਕਰਨਾਟਕਾ ਦੇ ਵਿੱਚ ਹੋਇਆ, ਉੱਥੇ ਦੋਵਾਂ ਪਾਸੇ ਸਰਕਾਰ ਸੀਗੀ। ਦੋਵਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਕਲੀਅਰ ਕੱਟ ਐਂਡ ਮਤਲਬ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਵੱਡੇ ਖੋਖਲੇ ਦਾਅਵੇ ਸੀਗੇ ਕਿ ਅਸੀਂ ਜੀ ਇੰਨੀਆਂ ਸੀਟਾਂ ਲੈ ਕੇ ਜਾਵਾਂਗੇ ਜੀ, ਅਸੀਂ ਆਹ ਕਰ ਦਾਂਗੇ 2/3 ਮੈਜੋਰਟੀ ਜੀ, ਉਹ ਸਾਰੇ ਦਾਅਵੇ ਫੈਲ ਫਲੈਟ ਔਨ ਦਾ ਗਰਾਊਂਡ। ਆਪਣਾ ਸ਼੍ਰੋਮਣੀ ਅਕਾਲੀ ਦਲ ਇਹ ਟੌਪਿਕ ਦੇ ਵਿੱਚ ਨਾ ਤੁਸੀਂ ਪੜੋਗੇ ਵੀ ਹੈਡਲਾਈਨ ਲਿਖਿਆ ਹੋਇਆ ਹੈ, ਕਾਂਗਰਸ ਵੀ ਲਿਖੀ ਹੈ, ਆਪ ਵੀ ਲਿਖੀ ਹੈ, ਬੀਜੇਪੀ ਵੀ ਲਿਖੀ ਹੈ ਤੇ 2024 ਦਾ ਇਲੈਕਸ਼ਨ ਇਹ ਲਿਖਿਆ। ਜੇ ਤਾਂ ਲਿਖਿਆ ਨਾ ਹੋਵੇ ਤਾਂ ਪੁਰਾਣੀਆਂ ਡਿਬੇਟਾਂ ਵਾਂਗੂ ਜ਼ਿਕਰ ਹੀ ਨਾ ਕਰੀਏ ਤੁਹਾਡਾ, ਫਿਰ ਤੁਹਾਨੂੰ ਉਹ ਵੀ ਇਤਰਾਜ਼ ਹੋਊਗਾ ਵੀ ਸਾਡਾ ਜ਼ਿਕਰ ਹੀ ਨਹੀਂ ਕਰਦੇ, ਨਾ ਪੰਜਾਬ 'ਚ ਕੋਈ ਕਰਦਾ, ਨਾ ਡਿਬੇਟਾਂ ਤੇ ਕੋਈ ਕਰਦਾ, ਨਾ ਪੀਸੀ 'ਚ ਕੋਈ ਕਰਦਾ। ਲੇਕਿਨ ਕਿਉਂਕਿ ਹਿੱਸਾ ਹੈਗੇ ਹੋ ਟੌਪਿਕ ਦਾ, ਬੈਠੇ ਹੋ, ਤਾਂ ਤੁਹਾਨੂੰ ਐਕਸਪੋਜ਼ ਕਰਨਾ ਤਾਂ ਜ਼ਰੂਰੀ ਹੋ ਜਾਂਦਾ ਜੀ। ਕਿਉਂਕਿ ਬੀਜੇਪੀ ਦੇ ਨਾਲ ਅੱਜ ਅੰਡਰ ਦਾ ਟੇਬਲ ਅਲਾਈਅੰਸ ਹੈ, ਕੱਲ ਨੂੰ ਓਵਰ ਦਾ ਟੇਬਲ ਹੁੰਦਾ ਸੀਗਾ। ਸਿਰਫ ਔਰ ਸਿਰਫ ਮੌਕੇ ਦੀ ਉਡੀਕ ਹੋ ਰਹੀ ਹੈ ਸਿੱਧੂ ਸਾਹਿਬ ਵੀ ਕਦੋਂ ਵਧੀਆ ਮੌਕਾ ਆਵੇ ਤੇ ਅਸੀਂ ਅਨਾਉਂਸ ਕਰੀਏ। ਤਾਂ ਹੀ ਤਿਹਾੜ ਜੇਲ੍ਹ 'ਚ ਨੇ ਨਾ, ਇਮਾਨਦਾਰ ਵਿਅਕਤੀ ਤਿਹਾੜ ਜੇਲ੍ਹ 'ਚ ਬੈਠੇ ਨੇ। ਨੰਬਰ 2 ਤੇ ਜਿਹੜੀ ਗੱਲ ਚਾਂਦੀ ਤਾਂ ਹੀ ਤਿਹਾੜ ਜੇਲ੍ਹ 'ਚ ਬੈਠੇ ਨੇ ਇਮਾਨਦਾਰ ਵਿਅਕਤੀ ਤੁਹਾਡੇ। ਇਹਨਾਂ ਨੂੰ ਉਹ ਅੱਖਾਂ ਨਹੀਂ, ਇਹਨਾਂ ਦੇ ਅੱਖਾਂ ਨਾਲ ਨਹੀਂ ਦੇਖ ਰਹੇ ਕਿਉਂਕਿ ਤਕਨੀਕੀ ਜਿਸ ਤਰ੍ਹਾਂ ਸਾਡੀਆਂ ਪਾਰਟੀਆਂ ਦੇ ਪ੍ਰਧਾਨ ਪੂਰੀ ਲਹਿਰ ਦੇ ਵਿੱਚ ਆਉਂਦੇ ਨੇ, ਪੂਰੀ ਜਾਹੂ ਜਲਾਲ ਦੇ ਵਿੱਚ ਆਉਂਦੇ ਨੇ, ਸ਼ਾਇਦ ਆਮ ਆਦਮੀ ਪਾਰਟੀ ਦੇ ਉਸ ਤਰ੍ਹਾਂ ਦੇ ਪ੍ਰਧਾਨ ਹੋਣਗੇ। ਸਾਡੇ ਪ੍ਰਧਾਨ ਸਾਹਿਬ ਚਾਹੇ ਉਹ ਐਕਟਿੰਗ ਪ੍ਰਧਾਨ ਨੇ, ਚਾਹੇ ਸਾਡੇ ਮੌਜੂਦਾ ਪੰਜਾਬ ਦੇ ਸੀਐਮ ਸਾਹਿਬ ਪ੍ਰਧਾਨ ਨੇ, ਉਹ ਸਿਰਫ ਗਰਾਊਂਡ ਲੈਵਲ ਤੇ ਲੋਕਾਂ ਨਾਲ ਜੁੜੇ ਹੋਏ ਪ੍ਰਧਾਨ ਨੇ। ਲੋਕਾਂ ਨਾਲ ਗਿੱਟਿਆਂ ਤੱਕ ਪਜਾਮਾ ਗਿੱਲਾ ਕਰਕੇ ਬਸ ਤੁਹਾਡੀਆਂ ਉਸ ਤਰ੍ਹਾਂ ਦੀਆਂ ਭਾਈ ਸਾਹਿਬ ਬਿਜਲੀ ਦੇ ਖੰਭਿਆਂ ਤੇ ਨਜ਼ਰ ਆਉਂਦੇ ਤੁਹਾਡੇ ਮੁੱਖ ਮੰਤਰੀ ਸਾਹਿਬ, ਸਿਰਫ ਲੋਕਾਂ 'ਚ ਨਜ਼ਰ ਨਹੀਂ ਆਉਂਦੇ, ਬਿਜਲੀ ਦੇ ਖੰਭਿਆਂ ਤੇ ਨਜ਼ਰ ਆਉਂਦੇ ਆ ਬਸ। ਜੇ ਕੋਈ ਵਿਅਕਤੀ ਕੰਮ ਕਰਾਉਂਦਾ ਬਿਜਲੀ ਦੇ ਖੰਭਿਆਂ ਤੇ ਨਜ਼ਰ ਆਉਂਦੇ, ਬੋਰਡਾਂ ਦੇ ਉੱਤੇ ਬਸ। ਤੁਹਾਡੇ ਮੁੱਖ ਮੰਤਰੀ ਸਾਹਿਬ ਲੋਕਾਂ 'ਚ ਨਜ਼ਰ ਨਹੀਂ ਆਉਂਦੇ। ਲੋਕ ਸਵਾਲ ਕਰਦੇ ਉਹਨਾਂ ਨੂੰ ਜੋ ਲੋਕਾਂ ਦੇ ਕੋਲ ਆਉਂਦੇ ਆ। ਗਲੋਬਲ ਡਿਬੇਟ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕੌਮੀ ਪੱਧਰ ਦਾ ਵੱਡਾ ਮੁੱਦਾ ਜੋ ਇਸ ਵੇਲੇ ਦੇਸ਼ 'ਚ ਸਭ ਤੋਂ ਵੱਡੀ ਪੱਧਰ ਤੇ ਮੰਥਨ 24 ਦੀਆਂ ਪਾਰਲੀਮੈਂਟ ਇਲੈਕਸ਼ਨਸ। ਇਤਫਾਕ ਕਹੀਏ ਕਿ ਪੰਜਾਬ 'ਚ ਕਿਸ ਕਦਰ ਮਚਿਆ ਹੋਇਆ ਘਮਸਾਨ। ਬੀਇੰਗ ਏ ਜਰਨਲਿਸਟ ਮੈਂ ਗੱਲ ਕਹਿ ਸਕਦਾ ਕਿ ਹਰ ਚੋਣ ਦਾ, ਚਾਹੇ ਵਿਧਾਨ ਸਭਾ ਹੋਵੇ, ਪਾਰਲੀਮੈਂਟ ਹੋਵੇ, ਜਦੋਂ ਵੀ ਚੋਣ ਆਉਂਦੀ ਹੈ ਹਰ ਚੋਣ 'ਚ ਕੋਈ ਨਾ ਕੋਈ ਵੱਖਰਾ ਨਜ਼ਰੀਆ ਜਾਂ ਵੱਖਰੇ ਮੁੱਦੇ ਸੁਭਾਵਿਕ ਹੈ। ਜਿਹੜੀ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਹੈ, ਜੇ ਪੰਜਾਬ 'ਚ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ, ਸਭ ਤੋਂ ਵੱਡਾ ਘਮਸਾਨ ਹੀ ਇਹ ਹੈ, ਮੁੱਦਿਆਂ ਦੀ ਗੱਲ ਤਾਂ ਬਾਅਦ 'ਚ ਆਉਂਦੀ ਹੈ, ਕਿ ਕੌਣ ਕਿਸ ਦੇ ਨਾਲ ਹੈ
ਕੌਣ ਅਲੱਗ ਹੈ 13 ਸੀਟਾਂ ਦੀਆਂ ਦਾਅਵੇਦਾਰੀਆਂ। ਮੇਰਾ ਖਿਆਲ ਹੈ ਦਰਸ਼ਕ ਇਸ ਗੱਲ ਨਾਲ ਸਹਿਮਤ ਹੋਣਗੇ, ਇੰਨਾ ਹੀ ਕਾਫੀ ਹੈ। ਪੰਜਾਬੀ ਦੀ ਇੱਕ ਕਹਾਵਤ ਬੜੀ ਪੁਰਾਣੀ ਮਸ਼ਹੂਰ ਕਹਾਵਤ ਹੈ, ਕਿਹਾ ਜਾਂਦਾ ਹੈ ਕਿ ਬੂਹੇ ਆਈ ਜਨ ਬਿਨੋ ਕੁੜੀ ਦੇ ਕੰਨ। ਹੋ ਸਕਦਾ ਹੈ ਕਿ ਐਨ ਮੌਕੇ ਦੇ ਉੱਤੇ ਆ ਕੇ ਗੱਠਜੋੜ ਬਣ ਜਾਣ, ਸਮਝੌਤੇ ਸਹਿਮਤੀਆਂ ਸੀਟਾਂ ਦੀ ਵੰਡ, ਉਹਦੇ ਲਈ ਇੰਤਜ਼ਾਰ ਤਾਂ ਰਹੇਗਾ। ਕਿਉਂਕਿ ਕਿਹਾ ਜਾਂਦਾ ਹੈ, ਆਪਾਂ ਦੇਖਿਆ ਵੀ ਹੈ, ਕਈ ਵਾਰ ਵੱਡੇ ਫੈਸਲੇ ਚੁਟਕੀਆਂ ਦੇ ਨਾਲ ਹੋ ਜਾਂਦੇ ਹੈ। ਖੈਰ ਇਹ ਆਪਣਾ ਦਾਇਰਾ ਨਹੀਂ, ਆਪਾਂ ਆਪਣੇ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਨੂੰ ਜੀ ਆਖਦੇ ਹਾਂ, ਉਹਨਾਂ ਤੋਂ ਲੈਂਦੇ ਹਾਂ ਆਪਾਂ ਇਹ ਸਵਾਲ। ਸਾਡੇ ਨਾਲ ਕਦਾਵਾਰ ਮਹਿਮਾਨ ਜਿਹੜੇ ਇਸ ਵੇਲੇ ਜੁੜ ਚੁੱਕੇ ਆ, ਰਮਨ ਚਾਂਦੀ ਜੀ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਅਰਸ਼ਪ੍ਰੀਤ ਖਡਿਆਲ ਜੀ ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ, ਬੀਬਾ ਅਮਨਜੋਤ ਕੌਰ ਆਹਲੂਵਾਲੀਆ ਕੇਂਦਰ ਦੀ ਸੱਤਾ ਧਿਰ ਭਾਰਤੀ ਜਨਤਾ ਪਾਰਟੀ ਉਸਦੀ ਨੁਮਾਇੰਦਗੀ ਕਰ ਰਿਹਾ ਹੈ। ਪੰਜਾਬ ਦੀ ਜਾਣੀ ਪਛਾਣੀ ਸਭ ਤੋਂ ਵੱਡੀ ਲੰਬਾ ਸਮਾਂ ਲਈ ਪੰਜਾਬ 'ਚ ਕਾਇਮ ਭੂਮਿਕਾ ਨਿਭਾਉਣ ਵਾਲੀ ਧਿਰ ਸ਼੍ਰੋਮਣੀ ਅਕਾਲੀ ਦਲ ਉਹਦੀ ਨੁਮਾਇੰਦਗੀ ਕਰ ਰਿਹਾ ਹੈ ਹਰਜੀਤ ਸਿੰਘ ਭੁੱਲਰ। ਸਾਰੇ ਮਹਿਮਾਨਾਂ ਨੂੰ ਪਤਾ ਹੈ, ਦਿਲ ਤੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਰਮਨ ਚਾਂਦੀ ਜੀ, ਪਹਿਲਾ ਸਵਾਲ ਤੁਹਾਡੇ ਤੋਂ ਬਣਦਾ ਇਸ ਮੁੱਦੇ ਦੇ ਉੱਪਰ। 24 ਦੀਆਂ ਪਾਰਲੀਮੈਂਟ ਇਲੈਕਸ਼ਨ ਰਾਜਸੀ ਧਿਰਾਂ, ਜੇ ਮੈਂ ਨਾਂ ਲਵਾਂਗਾ ਤਾਂ ਗੱਲ ਉਹੀ ਹੈ, ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ, ਆਪਾਂ ਤੁਹਾਡੀ ਆਪ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰ ਲਈਏ, ਕਾਂਗਰਸ ਦੀ, ਦਾਅਵੇਦਾਰੀਆਂ 13 ਸੀਟਾਂ ਲਈ ਔਰ ਗੱਠਜੋੜ ਦੇ ਦੂਜੀਆਂ ਧਿਰਾਂ ਦੇ ਬਾਰੇ 'ਚ ਦਾਅਵੇ ਕੀਤੇ ਜਾਂਦੇ ਕਿ ਕੌਣ ਕਿਸ ਦੇ ਨਾਲ ਹੈ। ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਰਮਨ ਚਾਂਦੀ ਜੀ? ਧੰਨਵਾਦ ਸਿੱਧੂ ਸਾਹਿਬ। ਦੇਖੋ, ਦੂਸਰੀਆਂ ਪਾਰਟੀਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੀ ਪਾਰਟੀ ਦੀ ਗੱਲ ਜ਼ਰੂਰ ਕਰਾਂਗਾ ਜੀ ਕਿ ਜੇਕਰ ਨੈਸ਼ਨਲ ਲੈਵਲ ਦੇ ਉੱਤੇ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ, ਤਾਂ ਉਹਦਾ ਇੱਕੋ ਹੀ ਇੱਕ ਮੁੱਦਾ ਹੈ ਕਿ ਪੰਜਾਬ ਨੂੰ ਦੇਖ ਕੇ ਨੇ ਪੂਰੇ ਦੇਸ਼ ਨੂੰ ਧਿਆਨ ਹਿੱਤ ਦੇ ਵਿੱਚ ਰੱਖ ਕੇ ਇਸ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਿੱਸਾ ਪਾਇਆ ਸੀ ਤਾਂ ਕਿ ਦੇਸ਼ ਦੇ ਵਿੱਚੋਂ ਬੀਜੇਪੀ ਨੂੰ ਬਾਹਰ ਕੀਤਾ ਜਾਵੇ। ਦੇਸ਼ ਸਾਡਾ ਲੋਕਤੰਤਰ ਹੈ ਜਿਹੜਾ ਖਤਰੇ ਦੇ ਵਿੱਚ ਸੀ। ਇਸ ਕਰਕੇ ਇਹਨਾਂ ਦਾਅਵਿਆਂ ਨੂੰ ਅੱਜ ਮੈਂ ਇਸ ਗੱਲ ਦੇ ਉੱਤੇ ਪੰਜਾਬ ਦੀ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ, ਚਾਹੇ ਉਹ ਸਾਡੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਹੋਣ, ਜਿਸ ਤਰ੍ਹਾਂ ਬਿਆਨ ਤੇ ਬਿਆਨ ਦਾਗ ਰਹੇ ਨੇ, ਤਾਂ ਅੱਜ ਮੈਂ ਇਹ ਜ਼ਰੂਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪੰਜਾਬ ਦੇ ਲੋਕਾਂ ਨੂੰ ਦੱਸ ਦੇਣਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਹਿੱਤ ਪਿਆਰੇ ਨਹੀਂ, ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ, ਦੇਸ਼ ਦੇ ਲੋਕਾਂ ਦੇ ਹਿੱਤ ਪਿਆਰੇ ਨੇ, ਜਿਸ ਕਰਕੇ ਆਮ ਆਦਮੀ ਪਾਰਟੀ ਇਹ ਕਦਮ ਚੁੱਕਣ ਜਾ ਰਹੀ ਸੀ। ਜੇਕਰ ਕਿਸੇ ਪਾਰਟੀ ਨੂੰ ਕਿਸੇ ਆਪਣੇ ਹਿੱਤ ਪਰਸਨਲ ਹਿੱਤਾਂ ਦੇ ਲਈ ਕੋਈ ਨਾ ਕੋਈ ਸਮਝੌਤੇ ਦੇ ਵਿੱਚ ਹੁਣ ਤਾਈ ਲੱਗਦੀ ਹੈ, ਤਾਂ ਆਮ ਆਦਮੀ ਪਾਰਟੀ ਇਕੱਲਿਆਂ ਪੰਜਾਬ ਦੇ ਵਿੱਚ ਚੋਣ ਲੜਨ ਲਈ ਤਿਆਰ ਹੋ, ਚੋਣ ਲੜੇਗੀ, ਸਾਰੀਆਂ ਸੀਟਾਂ ਤੇ ਜਿੱਤ ਕਰੇਗੀ। ਨੰਬਰ 1। ਨੰਬਰ 2, ਜਿਹੜੀ ਗੱਲ ਡਿਸਪਲਿਨ ਦੀ ਮੈਂ ਕਰਨਾ ਚਾਹੁੰਦਾ ਕਿ ਹਰ ਇੱਕ ਪਾਰਟੀ ਦੇ ਵਿੱਚ ਇੱਕ ਡਿਸਪਲਿਨ ਹੁੰਦਾ। ਅੱਜ ਉਹ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਆਮ ਆਦਮੀ ਪਾਰਟੀ ਇੱਕ ਡਿਸਪਲਿਨ ਪਾਰਟੀ ਆ। ਜੇਕਰ ਤੁਸੀਂ ਕਾਂਗਰਸ ਦੀ ਗੱਲ ਕਰੋ, ਕਾਂਗਰਸ ਅੱਜ ਆਪੋ ਤਾੜ ਆਪਸ 'ਚ ਲੜੀ ਜਾਂਦੇ ਨੇ। ਜਿਸ ਤਰ੍ਹਾਂ ਰਮਨੀਤ ਬਿੱਟੂ, ਇਹਨਾਂ ਦੇ ਵਿਰੋਧੀ ਧਿਰ ਦੇ ਨੇਤਾ ਆਪਸ ਦੇ ਵਿੱਚ ਬਿਆਨ ਕਰਦੇ ਨੇ, ਪੰਜਾਬ ਦੇ ਪ੍ਰਧਾਨ ਕਾਂਗਰਸ ਦੇ, ਇਹ ਸਭ ਇੱਕ ਦੂਜੇ ਨਾਲ ਲੜ ਰਹੇ ਨੇ ਸਿਰਫ ਆਪਣੀ ਨਿੱਜੀ ਹਿੱਤਾਂ ਦੇ ਲਈ। ਕਾਂਗਰਸ, ਉਸ ਤੋਂ ਬਾਅਦ ਅਕਾਲੀ ਦਲ ਔਰ ਬੀਜੇਪੀ, ਜਿਸ ਤਰ੍ਹਾਂ ਵੱਡਾ ਭਾਈ ਛੋਟੇ ਭਾਈ ਦੇ ਹੋਣ ਦੇ ਨਾਤੇ ਕਿ ਅੱਜ ਮੈਂ ਵੱਡਾ ਹੋ ਗਿਆ ਤਾਂ ਮੈਂ 1 ਨੰਬਰ ਤੇ ਆਊਂਗਾ, ਅਕਾਲੀ ਦਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਸੁਖਬੀਰ ਬਾਦਲ ਜੀ ਦੀ ਆਪਣੀ ਲੀਡਰਸ਼ਿਪ ਦੇ ਉੱਤੇ ਸਵਾਲ ਪੈਦਾ ਹੋ ਰਹੇ ਨੇ, ਕਿਉਂਕਿ ਅਕਾਲੀ ਦਲ ਦੇ ਲੀਡਰ ਜ਼ਿਆਦਾਤਰ ਨੇ ਜਿਹੜੇ ਸੁਖਬੀਰ ਬਾਦਲ ਜੀ ਦੀ ਲੀਡਰਸ਼ਿਪ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਸੋ ਇਹ ਗੱਲਾਂ ਸਾਰੀਆਂ ਹੀ ਪੰਜਾਬ ਦੇ ਲੋਕ ਦੇਖ ਰਹੇ ਨੇ। ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਹਾਸਲ ਕਰੇਗੀ, ਕਿਉਂਕਿ ਜੋ ਕੁਝ ਆਮ ਆਦਮੀ ਪਾਰਟੀ ਨੇ 1.5 ਸਾਲਾਂ ਦੇ ਵਿੱਚ ਕਰ ਦਿਖਾਇਆ ਉਹ ਕਿਸੇ ਵੀ ਪਾਰਟੀ ਨੇ ਨਹੀਂ। ਜੀ ਰਮਨ ਚਾਂਦੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਫੇਰ ਆਵਾਂਗੇ ਇਸ ਮੁੱਦੇ ਤੇ। ਖਿਆਲ ਜੀ ਇਹੋ ਸਵਾਲ, ਗੱਲ ਗੱਠਜੋੜ ਦਾ ਵੀ ਹੈ, 13 ਸੀਟਾਂ ਦੀ ਦਾਅਵੇਦਾਰੀ ਦੀ ਗੱਲ ਹੀ ਹੈ। ਜੋ ਆਪ ਵੱਲੋਂ ਕਿਹਾ ਜਾ ਰਿਹਾ ਕਿ ਦੇਸ਼ ਦੇ ਹਿੱਤ ਵਿੱਚ ਭਾਜਪਾ ਦੇ ਖਿਲਾਫ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਦੇ ਲਈ ਅਸੀਂ ਗੱਠਜੋੜ ਦੀ ਕੋਸ਼ਿਸ਼ ਔਰ ਉਹਦੇ ਲਈ ਪੇਸ਼ਕਸ਼ ਜਿਹੜੀ ਚੱਲ ਰਹੀ ਹੈ ਕੌਮੀ ਪੱਧਰ ਤੇ, ਉਹ ਤਾਂ ਹਾਈ ਹੈ। ਪਰ ਜੇ ਸਥਿਤੀਆਂ ਵਿਪਰੀਤ ਹੋਣਗੀਆਂ ਤਾਂ 13 ਦੀਆਂ 13 ਸੀਟਾਂ ਅਸੀਂ ਆਪ ਵੀ ਲੜ ਸਕਦੇ ਹਾਂ, ਕਿਉਂਕਿ ਕਾਂਗਰਸ ਦਾ ਆਪਸ ਵਿੱਚ ਹੀ ਘਮਸਾਨ ਪਿਆ ਹੋਇਆ ਲੀਡਰਸ਼ਿਪ ਦਾ। ਜੀ ਖਡਿਆਲ ਸਾਹਿਬ। ਧੰਨਵਾਦ ਸਿੱਧੂ ਸਾਹਿਬ।
ਦੇਖੋ ਗੱਲ ਇਸ ਤਰ੍ਹਾਂ ਹੈ, ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਵੀ ਇੰਡੀਆ ਗੱਠਜੋੜ ਕੀ ਚੀਜ਼ ਹੈ, ਕਿਉਂ ਇਹ ਬਣਿਆ। ਇੰਡੀਆ ਗੱਠਜੋੜ 28+ ਪੋਲੀਟੀਕਲ ਪਾਰਟੀਆਂ ਦਾ ਅਲਾਈਅੰਸ ਹੈ ਜੋ ਦੇਸ਼ ਨੂੰ, ਦੇਸ਼ ਦੇ ਲੋਕਤੰਤਰ ਨੂੰ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਬਣਿਆ ਹੈ ਭਾਰਤੀ ਜਨਤਾ ਪਾਰਟੀ ਤੋਂ। ਬੀਜੇਪੀ ਇਹ ਤਿੰਨ ਚੀਜ਼ਾਂ ਲਈ ਬਹੁਤ ਵੱਡਾ ਖਤਰਾ ਬਣ ਚੁੱਕੀ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਦੇਖ ਲਓ, ਕਦੇ ਨੋਟਬੰਦੀ, ਕਦੇ ਕ੍ਰਿਸ਼ੀ ਕਾਨੂੰਨ, 700 ਕਿਸਾਨ ਸ਼ਹੀਦ ਉਹਦੇ ਕਰਕੇ, ਲਖੀਮਪੁਰ ਕਾਂਡ, 6 ਵਾਅਦੇ ਕਰਕੇ ਘਰੇ ਭੇਜਿਆ ਸੀ, ਕੋਈ ਡਿਲੀਵਰ ਨਹੀਂ ਕੀਤਾ ਕਿਸਾਨਾਂ ਨੂੰ। ਉਹ ਤੋਂ ਬਾਅਦ 1 ਨੇਸ਼ਨ 1 ਇਲੈਕਸ਼ਨ ਦਾ ਜ਼ਿਕਰ ਕਰ ਦਿੰਦੇ ਹੈ। ਇੰਡੀਆ ਭਾਰਤ ਦੀ ਜਿਹੜੀ ਇਹ ਡਿਸਕਸ਼ਨ ਸ਼ੁਰੂ ਹੋ ਜਾਂਦੀ ਹੈ। ਤੇ ਹੋਰ ਐਸੀਆਂ ਬੜੀਆਂ ਚੀਜ਼ਾਂ ਹੈ ਜਿੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸਾਡੇ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ 1 ਨੇਸ਼ਨ 1 ਇਲੈਕਸ਼ਨ ਦੀ ਗੱਲ ਕਰਦੇ ਹੈ ਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਨਾਲ ਜਾ ਕੇ ਖੜਾ ਹੋ ਜਾਂਦਾ ਹੈ, ਕਿਉਂਕਿ 1 ਨੇਸ਼ਨ 1 ਇਲੈਕਸ਼ਨ ਤੋਂ ਸਿੱਧੂ ਸਾਹਿਬ ਸਭ ਤੋਂ ਵੱਡਾ ਖਤਰਾ ਸਟੇਟ ਦੀਆਂ ਪਾਰਟੀਆਂ ਨੂੰ ਹੈ, ਸਟੇਟ ਦੇ ਇਸ਼ੂਜ਼ ਤੇ ਫੈਡਰਲ ਢਾਂਚੇ ਨੂੰ ਹੈ। ਦੂਜਾ ਉਦਾਹਰਨ ਲੈ ਲਓ ਪਾਰਲੀਮੈਂਟ ਇਨੋਗ੍ਰੇਸ਼ਨ ਦਾ, ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਸਾਈਡਲਾਈਨ ਕੀਤਾ ਗਿਆ, ਫਾਊਂਡੇਸ਼ਨ ਸਟੋਨ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਲੇ ਡਾਊਨ ਕੀਤਾ, ਇਨੋਗ੍ਰੇਸ਼ਨ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ, ਦੇਸ਼ ਦੀਆਂ 21 ਪਾਰਟੀਆਂ ਨੇ ਤਾਂ ਬਾਇਕਾਟ ਕੀਤਾ ਕਿਉਂਕਿ ਲੋਕਤੰਤਰ ਦਾ ਕਾਨ ਸੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਉੱਥੇ ਵੀ ਪਹੁੰਚਿਆ। ਫਿਰ ਤੀਜਾ ਉਦਾਹਰਨ ਤੁਸੀਂ ਲੈ ਲਓ, ਜਦੋਂ ਮਣੀਪੁਰ ਕਾਂਡ ਹੋਇਆ ਕਿਸੇ ਲੀਡਰ ਨੇ ਖੁੱਲ ਕੇ ਸਰਕਾਰ ਦੀ ਆਲੋਚਨਾ ਨਹੀਂ ਕੀਤੀ, ਅਸਤੀਫਾ ਤੱਕ ਨਹੀਂ ਮੰਗਿਆ ਸਟੇਟ ਸਰਕਾਰ ਤੋਂ, ਮਣੀਪੁਰ ਦੀ ਤੋਂ। ਸੋ ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪਹਿਲਾਂ ਐਸਏਡੀ ਨੇ ਬੀਜੇਪੀ ਨੂੰ ਹਟਾਇਆ ਸੀਗਾ, ਬੀਜੇਪੀ ਦਾ ਜੇ ਕੱਟ ਕੇ ਐਸ ਕਰਤਾ ਸੀਗਾ, ਬੀਐਸਪੀ ਦੇ ਨਾਲ ਜੁੜ ਗਏ, ਫਿਰ ਹੁਣ ਬੀਐਸਪੀ ਦਾ ਫਿਰ ਐਸ ਕੱਟ ਕੇ ਜੇ ਕਰਨ ਨੂੰ ਫਿਰਦੇ ਐ। ਉਹਦਾ ਕਾਰਨ ਬੜਾ ਸਪਸ਼ਟ ਹੈ ਸਿੱਧੂ ਸਾਹਿਬ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਲਾਠੀ ਦਾ ਸਹਾਰਾ ਜਿਹੜਾ ਹੈ ਉਹ ਚਾਹੀਦਾ ਹੁੰਦਾ ਹੈ। ਇਹ ਪਹਿਲਾਂ 2 ਟਾਈਮ ਦੀ ਸੱਤਾ ਪਾਰਟੀ ਸੀ, ਅੱਜ 2.5 ਐਮਐਲਏ ਤੇ ਆ ਗਏ ਐ, ਉਹਦੇ ਬਾਵਜੂਦ ਆਪਣੀ ਲੀਡਰਸ਼ਿਪ ਨੂੰ ਨਹੀਂ ਰਿਪਲੇਸ ਕੀਤਾ। 5 ਗੁੱਟ ਬਣ ਗਏ, ਐਸਏਡੀ ਟਕਸਾਲੀ ਵੀ, ਐਸਏਡੀ ਸੰਯੁਕਤ ਵੀ, ਐਸਏਡੀ ਯੂਨਾਈਟਿਡ ਵੀ, ਐਸਏਡੀ ਅੰਮ੍ਰਿਤਸਰ ਵੀ, ਐਸਏਡੀ ਵੀ। ਤੇ ਤੀਜੀ ਗੱਲ ਇਹ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰਸ ਹੈ ਚੰਡੀਗੜ੍ਹ ਦੇ ਵਿੱਚ ਆ ਕੇ ਨਾ ਇਨਡਾਇਰੈਕਟਲੀ ਅਲਾਈਅੰਸ ਦੀਆਂ ਗੱਲਾਂ ਕਰਕੇ ਜਾਂਦੇ ਆ। ਤੇ ਮੈਂ ਬੀਜੇਪੀ ਨੂੰ ਇੱਕ ਸਲਾਹ ਦਊਂਗਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਕੰਡੀਸ਼ਨ ਲਈ ਹੈ ਵੀ ਸੁਖਬੀਰ ਬਾਦਲ ਸਾਹਿਬ ਪ੍ਰਧਾਨਗੀ ਤੋਂ ਲਾਂਬੇ ਕੀਤੇ ਜਾਣ, ਉਹ ਤੋਂ ਬਾਅਦ ਅਲਾਈਅੰਸ ਹੋਊਗਾ। ਇਹ ਇੱਥੇ ਰਾਮੂਵਾਲੀਆ ਸਾਹਿਬ ਇੰਨੀ ਗੱਲ ਕਹਿ ਦੇਣ ਜੇ ਨਹੀਂ ਸੱਚ ਵੀ ਜੋ ਮਰਜ਼ੀ ਹੋ ਜਾ ਅਸੀਂ ਐਸਸੀਡੀ ਨਾਲ ਅਲਾਈਅੰਸ ਨਹੀਂ ਕਰਾਂਗੇ, ਤੇ ਭੁੱਲਰ ਸਾਹਿਬ ਕਹਿ ਦੇਣ ਵੀ ਜੋ ਮਰਜ਼ੀ ਹੋ ਜੇ ਬੀਜੇਪੀ ਦੇ ਨਾਲ ਅਲਾਈਅੰਸ ਨਹੀਂ ਕਰਾਂਗੇ। ਅਗਲਾ ਇਹ ਹੈ ਕਿ ਮੈਂ ਇਹਨੂੰ ਬੀਜੇਪੀ ਨੂੰ ਇੱਕ ਸੁਝਾਅ ਵੀ ਦਊਂਗਾ, ਤੁਹਾਡੇ ਪ੍ਰਧਾਨ ਰਾਮੂਵਾਲੀਆ ਸਾਹਿਬ ਫਾਰਮਰ ਕਾਂਗਰਸ, ਤੁਹਾਡੇ 4 ਵਾਈਸ ਪ੍ਰਧਾਨ ਫਾਰਮਰ ਕਾਂਗਰਸ, ਤੁਹਾਡੇ ਜਨਰਲ ਸੈਕਟਰੀ ਫਾਰਮਰ ਕਾਂਗਰਸ, ਸੈਕਟਰੀ ਫਾਰਮਰ ਕਾਂਗਰਸ, ਸਪੋਕਸਪਰਸਨ ਫਾਰਮਰ ਕਾਂਗਰਸ, ਤੁਸੀਂ ਨਾ ਹੀ ਫਾਰਮਰ ਕਾਂਗਰਸ ਧਰ ਲਓ ਨਾ, ਕਿਉਂਕਿ ਤੁਹਾਨੂੰ ਚਲਾਈ ਫਾਰਮਰ ਕਾਂਗਰਸ ਰਹੀ ਹੈ। ਦੋ ਫਾੜ ਹੋ ਗਈ ਹੈ ਬੀਜੇਪੀ, ਕਿਉਂਕਿ ਜਿਹੜੇ ਕੱਲ ਦੇ ਆਏ ਸੀਗੇ ਉਹਨਾਂ ਤੋਂ ਅਹੁਦਿਆਂ ਨਾਲ ਨਵਾਜ਼ਤਾ, ਜਿਹੜੇ ਪੁਰਾਣੇ ਦਰੀਆਂ ਵਿਛਾਉਂਦੇ ਆਏ ਆ, ਖੂਨ ਡੋਲਦੇ ਆਏ ਆ, ਸਾਰੇ ਸਾਈਡਲਾਈਨ ਕਰਤੇ। ਜਿੱਥੋਂ ਤੱਕ ਪੰਜਾਬ ਕਾਂਗਰਸ ਦੀ ਗੱਲ ਹੈ, ਅਸੀਂ ਇੱਕ ਲੌਤੀ ਆਪੋਜੀਸ਼ਨ ਹੈ ਇਸ ਵਕਤ ਪੰਜਾਬ ਦੇ ਵਿੱਚ ਸਿੱਧੂ ਸਾਹਿਬ, ਜਿਹੜੀ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀ ਹੈ ਪਾਰਟੀ। ਅਸੀਂ ਮਹਿਜ਼ 20 ਦਿਨਾਂ ਦੇ ਟਾਈਮ ਦੇ ਵਿੱਚ 10 ਤੋਂ ਜ਼ਿਆਦਾ ਧਰਨੇ ਲਾਏ, ਨਸ਼ੇ ਦੇ ਮੁੱਦੇ ਤੇ, ਹੜ੍ਹਾਂ ਦੇ ਰਿਲੀਫ ਦੇ ਮੁੱਦੇ ਤੇ, ਸਰਕਾਰ ਦੀ ਅਕਾਊਂਟੇਬਿਲਿਟੀ ਫਿਕਸ ਕਰਨ ਲਈ। ਤੇ ਦੂਜੇ ਪਾਸੇ ਐਸਏਡੀ ਤੇ ਬੀਜੇਪੀ ਹੈ ਜੋ ਨਾਨ ਐਗਜ਼ਿਸਟੈਂਟ ਹੋ ਚੁੱਕੇ ਹੈ। ਐਸਏਡੀ ਪੰਜਾਬ ਦੇ ਵਿੱਚ ਤਾਂ ਨਾਨ ਐਗਜ਼ਿਸਟੈਂਟ ਸੀਗਾ, ਨੈਸ਼ਨਲ ਲੈਵਲ ਤੇ ਵੀ ਨਾਨ ਐਗਜ਼ਿਸਟੈਂਟ ਸੀਗਾ, ਤੇ ਅੱਜ ਪੰਜਾਬ ਦੇ ਵਿੱਚ ਵੀ ਵਜੂਦ ਇਹਨਾਂ ਦਾ ਖਤਮ ਹੋ ਗਿਆ। ਤੇ ਬੀਜੇਪੀ ਦਾ ਵੀ ਮੈਂ ਇੱਕ ਗੱਲ ਕਹੂੰਗਾ, ਚਾਹੇ ਇਕੱਠੇ ਲੜ ਲੈਣ ਚਾਹੇ ਅੱਡ ਲੜ ਲੈਣ, 0 + 0 ਵਿਲ ਆਲਵੇਜ਼ ਬੀ 0 ਓਨਲੀ। ਤੇ ਮੈਂ ਦੱਸਦਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਵਾਲਾ ਸਵਾਲ ਹੈ, ਨੈਸ਼ਨਲ ਲੈਵਲ ਤੇ ਸਾਡਾ ਇੰਡੀਆ ਦਾ ਗੱਠਜੋੜ ਹੈਗਾ 28+ ਪੋਲੀਟੀਕਲ ਪਾਰਟੀਆਂ ਦਾ। ਪੰਜਾਬ ਦੇ ਵਿੱਚ ਅਸੀਂ 13 ਦੀਆਂ 13 ਸੀਟਾਂ ਤੇ ਤਿਆਰੀ ਕਰ ਰਹੇ ਹਾਂ। ਜਦੋਂ ਹਾਈ ਕਮਾਂਡ ਸਾਡਾ ਇਹ ਸਾਡੇ ਨਾਲ ਗੱਲ ਕਰੂਗੀ ਇਹ ਮੁੱਦੇ ਤੇ ਸਾਡੀ ਪਾਰਟੀ ਇੱਕ ਡੈਮੋਕ੍ਰੈਟਿਕ ਸੈਟਅਪ ਹੈ। ਸਾਨੂੰ ਹਾਈ ਕਮਾਂਡ ਕੌਨਫੀਡੈਂਸ ਲਊਗੀ, ਡਿਸਕਸ਼ਨ ਹੋਊਗੀ, ਆਪਣਾ ਨਜ਼ਰੀਆ ਦੱਸਾਂਗੇ ਤੇ ਫੈਸਲਾ ਜਿਹੜਾ ਹੈ ਉਹ ਤੁਹਾਨੂੰ ਦੱਸ ਦਾਂਗੇ। ਲੇਕਿਨ ਜਦੋਂ ਐਸਏਡੀ ਕਹਿੰਦਾ ਨਾ ਵੀ 13 ਦੀਆਂ 13 ਸੀਟਾਂ ਤੇ ਤਿਆਰੀ ਕਰ ਰਹੇ ਹਾਂ, ਸਿੱਧੂ ਸਾਹਿਬ ਐਂ ਤਾਂ ਪੁੱਛ ਲਓ ਬੀਐਸਪੀ ਵੀ ਤੁਹਾਡਾ ਅਲਾਈਅੰਸ ਪਾਰਟਨਰ ਹੈ, ਉਹਨਾਂ ਨੂੰ ਵੀ ਇੱਕ ਅੱਧੀ ਸੀਟ ਦੇ ਦਿਓ। ਤੁਸੀਂ 13 ਦੀਆਂ 13 ਕਹਿ ਦਿੰਦੇ ਹੋ। ਥੈਂਕ ਯੂ ਵੈਰੀ ਮਚ, ਤੁਹਾਡਾ ਵੀ ਵੰਡਾ ਗਿਆ। ਬੀਬਾ ਰਾਮੂਵਾਲੀਆ ਮਾਨਾ, ਤੁਹਾਡੇ ਵੱਲ ਆਪਾਂ ਹਰਜੀਤ ਭੁੱਲਰ ਉਹਨਾਂ ਤੋਂ ਵੀ ਇਸ ਮੁੱਦੇ ਤੇ ਮੈਂ ਸਵਾਲ ਲੈਣਾ ਚਾਹਾਂਗਾ। ਹਰਜੀਤ ਭੁੱਲਰ, ਤੁਸੀਂ ਆਪਣੀ ਗੱਲ ਤਾਂ ਕਰਿਓ ਕਾਂਗਰਸ ਵੱਲੋਂ ਵੀ ਤੇ ਆਪ ਵੱਲੋਂ ਵੀ, ਜੋ ਅਕਾਲੀ ਦਲ ਬਾਰੇ ਕਿਹਾ ਗਿਆ ਖਾਸ ਤੌਰ ਤੇ ਖੜਿਆਲ ਸਾਹਿਬ ਦਾ ਕਹਿਣਾ ਹੈ ਕਿ ਐਸਸੀਡੀ ਕਿਉਂ ਜਿਹੜੀ ਹੈਗੀ ਇੱਕ ਪਾਸੇ ਤੋਂ ਗੱਲ ਕਰਦੀ ਹੈ ਆਪਣੀ ਵੱਖਰੀ ਹੋਣ ਦੀ, ਫੈਡਰਲ ਸਿਸਟਮ ਦੀ, ਦੂਜੇ ਪਾਸੇ ਭਾਜਪਾ ਨਾਲ ਸਾਂਝ, ਉਹ ਕਹਿੰਦੇ ਫਿਰ ਮੰਨਦੇ ਵੀ ਨਹੀਂ, ਕਹਿੰਦੇ ਸਹੁੰ ਖਾ ਜਾਣ ਕਿ ਸਾਂਝ ਪਾਉਣੀ ਹੈ ਕਿ ਨਹੀਂ ਪਾਉਣੀ। ਸੁਖਬੀਰ ਬਾਦਲ ਦੀ ਗੱਲ ਵੀ ਸ਼ਰਤ ਦੀ। ਇਹਨਾਂ ਮੁੱਦਿਆਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਪੰਜਾਬ ਦੀ ਸਥਿਤੀ ਨੂੰ? ਸਿੱਧੂ ਸਾਹਿਬ, ਮੈਂ ਹੈਰਾਨ ਹੈ ਮੇਰੇ ਮਿੱਤਰ ਖਰੜਿਆਲ ਸਾਹਿਬ
ਕਹਿੰਦੇ ਵੀ ਸੈਡ ਜਿਹੜਾ ਹੈ ਜਾਂ ਐਸਏਡੀ ਕਹਿ ਲਓ ਚਾਹੇ ਸ਼੍ਰੋਮਣੀ ਅਕਾਲੀ ਦਲ ਕਹਿ ਲਓ ਐਗਜ਼ਿਸਟ ਨਹੀਂ ਕਰਦਾ। 0+ ਆ ਮੈਂ ਕਾਊਂਟ ਕੀਤਾ ਹੈ ਕਿ 24 ਵਾਰ ਇਹਨਾਂ ਨੇ ਹੁਣੇ ਬੈਠਿਆਂ 5 ਮਿੰਟਾਂ ਦੇ ਵਿੱਚ 2 ਮਿੰਟਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਐਸਏਡੀ ਸੁਖਬੀਰ ਬਾਦਲ ਸੈਡ ਮਤਲਬ 24 ਵਾਰ ਇਹਨਾਂ ਨੇ ਨਾਂ ਜਪ ਲਿਆ ਮਾਲਾ ਵਾਂਗੂ ਕਿ ਜਿਸ ਤਰ੍ਹਾਂ ਰੱਬ ਦਾ ਨਾਂ ਜਪ ਰਹੇ ਹੋਣ। ਜੇ ਇੰਨਾ ਹੀ ਅਸੀਂ ਐਗਜ਼ਿਸਟ ਨਹੀਂ ਕਰਦੇ ਤੇ ਤੁਸੀਂ ਇਹਨਾਂ ਤਲਖੀ ਕਾਹਦੇ ਲਈ ਹੈ, ਇਹਨਾਂ ਡਰ ਕਾਹਦੇ ਲਈ ਹੈ ਜਿਹੜਾ ਤੁਸੀਂ ਬਾਰ-ਬਾਰ ਸ਼੍ਰੋਮਣੀ ਅਕਾਲੀ ਦਾ ਨਾਂ ਲੈ ਕੇ ਤੇ ਇੱਥੇ ਨਾਂ ਜਪਣ ਲੱਗੇ ਹੋਏ ਹੋ। ਗੱਲ ਕੁਛ ਹੋਰ ਚੱਲ ਰਹੀ ਹੈ ਵੀ ਚਲੋ ਸਮਝੌਤਿਆਂ ਦੀ ਕੀ ਗੱਲ ਚੱਲ ਰਹੀ ਹੈ, ਲੇਕਿਨ ਪੂਰੇ ਭਾਸ਼ਣ ਦੇ ਵਿੱਚ ਇਹਨਾਂ ਦੇ ਸਿਵਾਏ ਸ਼੍ਰੋਮਣੀ ਅਕਾਲੀ ਦਲ ਤੋਂ ਹੋਰ ਕੋਈ ਗੱਲ ਹੀ ਨਹੀਂ ਸੀ। ਇਹ ਆਪਣਾ ਦਰਦ ਸਮਝਣ, ਜਿਨ੍ਹਾਂ ਦੇ ਘਰ 'ਚ ਆਪ ਅੱਗ ਲੱਗੀ ਹੋਵੇ ਉਹ ਦੂਜਿਆਂ ਦੇ ਘਰਾਂ ਨੂੰ ਨਹੀਂ ਵੇਖਦੇ, ਪਹਿਲਾਂ ਆਪਣਾ ਘਰ ਬਚਾਉਂਦੇ ਆ। ਜਿੱਥੇ ਆਪ ਛਤਰੋ ਛਤਰੀ ਹੁੰਦੇ ਹੋਈਏ, ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੋਈਏ, ਇੱਕ ਦੂਜੇ ਦੇ ਖਿਲਾਫ ਬੋਲਦੇ ਹੋਈਏ ਸਟੇਜਾਂ ਤੇ ਖੜ ਕੇ ਔਰ ਵਗਾਰ ਕੇ, ਤੇ ਫਿਰ ਤੁਸੀਂ ਦੇਖੋ ਵੀ ਦੂਜੇ ਦੇ ਘਰ 'ਚ ਕੀ ਹੋ ਰਿਹਾ। ਗੱਲ ਹੈ ਵੀ ਆਪਣਾ ਘਰ ਬਚਾ ਲਓ। ਦੂਜੀ ਗੱਲ ਜਿਹੜੀਆਂ ਸਹੁੰਆਂ ਖਾਣ ਦੀ ਗੱਲ ਕਰਦੇ ਆ, ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਸਹੁੰ ਖਾਧੀ ਸੀ ਕਿ ਮੈਂ ਕਹਿਣਾ ਸਮਝੌਤਾ ਹੀ ਨਹੀਂ ਕਰਨਾ, ਸਪੈਸ਼ਲੀ ਕਾਂਗਰਸ ਨਾਲ, ਜਿਨ੍ਹਾਂ ਦੇ ਫਾਈਲਾਂ ਕੱਛ ਦੇ ਕੇ ਤੁਰੇ ਫਿਰਦੇ ਹੁੰਦੇ ਸੀ ਦਿੱਲੀਆਂ ਸੜਕਾਂ ਤੇ, ਲੇਕਿਨ ਉਸ ਤੋਂ ਬਾਅਦ ਵੀ ਕਰ ਲਿਆ ਨਿਆਣਿਆਂ ਦੀ ਸਹੁੰ ਖਾ ਕੇ ਵੀ। ਜਿਹੜੇ ਕਾਂਗਰਸ ਬੈਠੀ ਹੈ ਇਹਨਾਂ ਦੀ ਪੂਰੀ ਟੀਮ ਜਾ ਕੇ ਦਿੱਲੀ ਬਹਿ ਗਈ ਸੀ ਕਿ ਨਾ ਜੀ ਤੁਸੀਂ ਨਹੀਂ ਗੱਲ ਇਸ ਤਰ੍ਹਾਂ ਹੈ ਜੀ ਕਿ ਮੈਂ ਤੇ ਇਹਨਾਂ ਦੇ ਕਿਰਦਾਰ ਦੀ ਗੱਲ ਕਰ ਰਿਹਾ ਵੀ ਕਿਰਦਾਰ ਕੀ ਹੈ ਇਹਨਾਂ ਦਾ। ਇਹ ਸਾਰੀ ਟੀਮ ਜਾ ਕੇ ਉੱਥੇ ਬਹਿ ਗਈ ਸੀ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਨਾਲ ਤੁਸੀਂ ਮਿਲਾਉਣਾ, ਤੇ ਅਗਲਿਆਂ ਨੇ ਠੁੱਡ ਮਾਰ ਕੇ ਤੇ ਸਾਰਿਆਂ ਨੂੰ ਨਾਲ ਮਿਲਾ ਲਿਆ ਜੀ। ਆਮ ਆਦਮੀ ਪਾਰਟੀ ਨੂੰ ਸਟੇਜ ਤੇ ਬਿਠਾ ਲਿਆ। ਇਹਨਾਂ ਨੂੰ ਪੁੱਛਿਆ ਕਿਸੇ ਨੇ, ਪੰਜਾਬ ਵਾਲਿਆਂ ਨੂੰ ਜਾਂ ਕੱਲ ਨੂੰ ਇਹਨਾਂ ਨੂੰ ਪੁੱਛਣਾ ਕਿਸੇ ਨੇ? ਇਹ ਜਿੰਨਾ ਮਰਜ਼ੀ ਇੱਥੇ ਬਹਿ ਕੇ ਟੱਪੀ ਜਾਣ, ਟਪੂਸੀਆਂ ਮਾਰੀ ਜਾਣ, ਕਿਸੇ ਨੇ ਨਹੀਂ ਪੁੱਛਣਾ ਇਹਨਾਂ ਨੂੰ ਜਦੋਂ ਉੱਥੇ ਸਮਝੌਤੇ ਇਹਨਾਂ ਦੇ ਹੋ ਜਾਣੇ ਆ। ਸਾਡੇ ਇੱਕ ਬੜਾ ਸਪਸ਼ਟ ਹੈ, ਇਹਨਾਂ ਨੂੰ ਇੱਕ ਮੈਸੇਜ ਲੈ ਲੈਣਾ ਚਾਹੀਦਾ। ਜਿਹੜਾ ਪਾਰਲੀਮੈਂਟ ਦੇ ਵਿੱਚ ਕੱਲ ਹਰਸਿਮਰਤ ਬਾਦਲ ਬੀਬਾ ਜੀ ਉਹਨਾਂ ਦਾ ਭਾਸ਼ਣ ਸੀਗਾ, ਇੱਕ ਇਕੱਲੇ ਉਹੀ ਸੀਗੇ, ਨਾ ਕੋਈ ਆਮ ਆਦਮੀ ਪਾਰਟੀ ਦਾ, ਨਾ ਕੋਈ ਬੀਜੇਪੀ ਦਾ, ਨਾ ਕੋਈ ਕਾਂਗਰਸ ਦਾ, ਨਾ ਕਿਸੇ ਹੋਰ ਪਾਰਟੀ ਦਾ। ਕੋਈ ਇੰਨਾ ਗੜਕ ਕੇ ਬੋਲਿਆ ਨਹੀਂ ਸਰਕਾਰ ਦੇ ਖਿਲਾਫ, ਕਿਸੇ ਨੂੰ ਸ਼ੀਸ਼ਾ ਨਹੀਂ ਦਿਖਾਇਆ ਕਿਸੇ ਨੇ ਵੀ, ਜਿੰਨਾ ਆਪਣੇ ਤਲਖੀ ਨਾਲ, ਜਿੰਨਾ ਗੜਕ ਕੇ, ਜਿੰਨਾ ਸਪਸ਼ਟ ਤੌਰ ਦੇ ਉੱਤੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ, ਨਰਿੰਦਰ ਭਾਈ ਮੋਦੀ ਨੂੰ ਸ਼ੀਸ਼ਾ ਦਿਖਾਇਆ ਉਹਨੇ 10 ਸਾਲ ਦਾ, 9.5 ਸਾਲ ਦਾ, ਕਿਸੇ ਨੇ ਨਹੀਂ ਦਿਖਾਇਆ। ਔਰ ਸਮਝੌਤੇ ਦੀ ਗੱਲ ਕਰਦੇ ਤੁਸੀਂ, ਸਾਨੂੰ ਸਮਝੌਤੇ ਦੀ ਲੋੜ ਹੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਲੜਾਈਆਂ ਲੜੀਆਂ ਨੇ, ਲੜਾਈਆਂ ਲੜ ਕੇ ਫਿਰ ਨਿਕਲ ਕੇ ਉੱਭਰਿਆ, ਤੇ ਅਸੀਂ ਲੜਾਈ ਲੜ ਕੇ ਫਿਰ ਨਿਕਲਾਂਗੇ। ਕੋਈ ਗੱਲ ਨਹੀਂ, ਹਾਰ ਜਿੱਤ ਆਉਂਦੀ ਰਹਿੰਦੀ ਹੈ, ਉੱਪਰ ਥੱਲੇ ਹੁੰਦਾ ਰਹਿੰਦਾ ਹੈ, ਲੇਕਿਨ ਤੁਹਾਡੇ ਵਰਗੂ ਨਹੀਂ ਕਿ ਰਾਹੁਲ ਗਾਂਧੀ ਨੂੰ ਅੱਜ ਤੱਕ ਤੁਸੀਂ ਪੱਪੂ ਤੋਂ ਇੰਟੈਲੀਜੈਂਟ ਦਾ ਜਿਹੜਾ ਸਰਟੀਫਿਕੇਟ ਹੈ ਜਾਂ ਮੈਚੁਰਿਟੀ ਦਾ ਜਿਹੜਾ ਸਰਟੀਫਿਕੇਟ ਹੈ 55 ਸਾਲ ਦੀ ਉਮਰ ਤੱਕ ਹੋਣ ਤੱਕ ਵੀ ਦੇ ਨਹੀਂ ਸਕੇ ਹੋ। ਉਸੇ ਤੇ ਅੜੇ ਹੋਏ ਹੋ ਤੁਸੀਂ ਕਿ ਹੁਣ ਮੈਚੁਰ ਹੋ ਗਏ, ਹੁਣ ਯਾਤਰਾ ਕਰਨ ਲਈ ਮੈਚੁਰ ਹੋ ਗਏ, ਹੁਣ ਜੀ ਉਹ ਇਟਲੀ ਜਾਏ ਹੁਣ ਮੈਚੁਰ ਹੋ ਗਏ। ਉਹਦੀ ਮੈਚੁਰਿਟੀ ਨਹੀਂ ਅਜੇ ਤੱਕ ਆਈ। ਪਤਾ ਨਹੀਂ, ਮੈਨੂੰ ਲੱਗਦਾ ਹੈ ਵੀ ਉਹਦੇ ਚਲੋ ਅੱਗੇ ਤੇ ਹੈ ਨਹੀਂ ਗਿਆ। ਵਾਡਰਾ ਸਾਹਿਬ ਦੇ ਹੁਣ ਅੱਗੇ ਨਿਆਣੇ ਹੈਗੇ ਆ, ਵਡੇਰਾ ਸਾਹਿਬ ਦੇ, ਉਹ ਕਿਤੇ ਅੱਗੇ ਬਣ ਜਾਣ ਸੀਐਮ ਪੀਐਮ ਬਣ ਜਾਣ, ਲੇਕਿਨ ਤੁਹਾਡੀ ਇਸ ਜਨਰੇਸ਼ਨ ਦੀ ਕੋਈ ਉਮੀਦ ਨਹੀਂ ਹੈ ਵੀ ਇਸ ਜਨਰੇਸ਼ਨ 'ਚ ਕੋਈ ਇੱਕ ਸਵਾਲ ਜਿਹੜਾ ਸੰਖੇਪ ਦੇ ਵਿੱਚ ਬੀਬਾ ਰਾਮੂਵਾਲੀਆ ਕੋਲੇ ਵੀ ਆਪਾਂ ਸਵਾਲ ਲੈਣਾ ਹੈ, ਸੰਖੇਪ 'ਚ ਬਸ ਜ਼ਰੂਰ ਜਵਾਬ, ਕਿਉਂਕਿ ਆਪ ਵੱਲੋਂ ਵੀ ਕਿਹਾ ਗਿਆ ਹੈ ਕਿ ਵੀ ਚਾਹੇ ਗੱਲ ਕਰ ਲਈ ਅਕਾਲੀ ਦਲ ਦੀ ਜਾਂ ਭਾਜਪਾ ਦੀ, ਕਦੇ ਉਹ ਆਪ ਨੂੰ ਵੱਡਾ ਕਹਿੰਦਾ, ਉਹ ਆਪ ਨੂੰ ਛੋਟਾ ਕਹਿੰਦੇ। ਸਮਝੌਤਾ ਆਖਰ ਹੋਣਾ ਹੀ ਹੈ, ਸਿਰਫ ਲੜਾਈ ਕਹਿੰਦੇ ਇਸ ਗੱਲ ਦੀ ਹੈ ਵੱਡਾ ਕੌਣ ਹੋਏਗਾ ਤੇ ਛੋਟਾ ਕੌਣ ਹੋਏਗਾ। ਸਿੱਧੂ ਸਾਹਿਬ ਇਹ ਆਪਸ ਵਿੱਚ ਫੈਸਲਾ ਕਰਨ, ਜਿਹੜੇ ਆਪਸ ਛਿੱਤਰੋ ਛਿੱਤਰੀ ਹੁੰਦੇ ਫਿਰਦੇ ਉੱਤੇ ਸਮਝੌਤੇ ਕਰਦੇ ਫਿਰਦੇ ਆ। ਪੰਜਾਬ 'ਚ ਇੱਕ ਦੂਜੇ ਨਾਲ ਛਿੱਤਰੋ ਛਿੱਤਰੀ ਹੁੰਦੇ ਫਿਰਦੇ ਆ, ਬਿਨਾਂ 'ਚ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ। ਸਾਡੀ ਫਿਕਰ ਛੱਡ ਦੇਣ ਵੀ ਸਾਡੇ 'ਚ ਵੱਡਾ ਕੌਣ ਹੈ ਛੋਟਾ ਕੌਣ ਹੈ। ਔਰ ਦੂਜੀ ਗੱਲ, ਅਗਰ ਐਗਜ਼ਿਸਟੈਂਸ ਹੈਗੀ ਹੈ ਤੇ ਅਸੀਂ 4 ਇੱਥੇ ਬੈਠੇ ਆ, 4 'ਚ ਅਸੀਂ ਬੈਠੇ ਆ, ਤਾਂ ਹੀ ਹੈ ਸਾਡੀ ਐਗਜ਼ਿਸਟੈਂਸ ਹੈਗੀ, ਤਾਂ ਹੀ ਬੈਠੇ ਆ। ਜਿੱਦਣ ਆਹ ਚੈਨਲ ਉੱਤੇ ਬੰਦ ਹੋ ਜਾਣਗੇ ਉਦੋਂ ਸਾਡੀ ਐਗਜ਼ਿਸਟੈਂਸ ਖਤਮ ਹੋਊਗੀ। ਜੀ ਥੈਂਕ ਯੂ ਬੁੱਲਰ ਸਾਹਿਬ। ਬੀਬਾ ਰਾਮੂਵਾਲੀਆ ਇਸ ਮਾਮਲੇ ਦੀ ਆਪਾਂ ਗੱਲ ਕਰਨ ਦੇ ਕੋਈ ਪਾਰਲੀਮੈਂਟ ਦੀ ਇਲੈਕਸ਼ਨ ਦੀ ਗੱਲ ਤਾਂ ਆਈ ਹੈ, ਪਰ ਪੰਜਾਬ ਦੇ ਮੁੱਦੇ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਪੰਜਾਬ ਵਿੱਚ ਕਾਂਗਰਸ ਵੱਲੋਂ ਵੀ ਕਿਹਾ ਜਾ ਰਿਹਾ ਤੇ ਆਪ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੀ ਪੰਜਾਬ 'ਚ ਕੋਈ ਹੋਂਦ ਜਾਂ ਐਗਜ਼ਿਸਟੈਂਸ ਨਹੀਂ ਹੈ, 0+0 ਵਾਲੀ ਗੱਲ ਹੈ। ਗੱਲ ਇਹ ਹੈ ਜੀ, ਜੇ ਹੋਂਦ ਨਹੀਂ ਹੈ ਬੀਜੇਪੀ ਦੀ, ਫਿਰ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਇੰਨਾ ਘਬਰਾਹਟ ਕਾਹਦੀ ਆ। ਮੈਂ ਸਮਝਦੀ ਹਾਂ ਕਿ ਕਾਂਗਰਸੀ ਤਾਂ ਵਿਚਾਰੇ ਆਪ ਹੀ ਇੰਨੇ ਬੌਂਦਲ ਗਏ ਆ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ, ਉੱਪਰ ਇਹਨਾਂ ਦਾ ਸਮਝੌਤਾ ਹੋ ਰਿਹਾ ਔਰ ਥੱਲੇ ਇਹ ਕਹੀ ਜਾਂਦੇ ਇਕੱਠ ਕਰ ਕਰਕੇ ਕਿ ਅਸੀਂ ਇਕੱਲੇ ਲੜਾਂਗੇ। ਹੁਣੇ ਅਕਾਲੀ ਦਲ ਦੇ ਪ੍ਰਵਕਤਾ ਨੇ ਵੀ ਕਿਹਾ, ਭੁੱਲਰ ਸਾਹਿਬ ਨੇ, ਕਿ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿ ਕੀ ਹੋ ਰਿਹਾ, ਇਹਨਾਂ ਨੂੰ ਹੁਕਮ ਆਉਣੇ ਆ ਔਰ ਡਿਸਿਪਲਿਨ ਦੀ ਇਹਨਾਂ ਦੇ ਵਿੱਚ ਇੰਨੀ ਘਾਟ ਆ ਕਿ ਇਹਨਾਂ ਨੇ ਬਿਖਰ ਜਾਣਾ ਸਾਰਿਆਂ ਨੇ। ਔਰ ਮੈਂ ਸਮਝਦੀ ਹਾਂ ਕਿ ਜੇ ਬੀਜੇਪੀ ਦਾ ਡਰ ਹੈ
ਭੈ ਹੈ, ਤਾਈਓ ਸਾਰੇ ਦੇਸ਼ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਾਨੂੰ ਢਾਉਣ ਲਈ ਲੱਗੀਆਂ। ਅਸੀਂ 2024 ਦੀ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ। ਪ੍ਰਧਾਨ ਮੰਤਰੀ ਮੋਦੀ ਦੁਆਰਾ ਰਿਪੀਟ ਵਾਲੀ ਹੋਣਗੇ। ਜੀ ਇੱਕ ਛੋਟਾ ਜਿਹਾ ਜਵਾਬ, ਜਿਹੜਾ ਸ਼ਾਨਦਾਰ ਜਿੱਤ ਦਾ ਜੋ ਤੁਸੀਂ ਜ਼ਿਕਰ ਕੀਤਾ, ਤੁਹਾਡਾ ਹੱਕ ਹੈ ਗੱਲ ਕਹਿਣ ਦਾ। ਜੋ ਵਿਰੋਧੀ ਧਿਰਾਂ ਵੱਲੋਂ ਕਿਹਾ ਜਾਏ ਜਿਹੜੀ ਸ਼ਾਨਦਾਰ ਜਿੱਤ ਹੈ, ਉਹਦੇ 'ਚ ਅਕਾਲੀ ਦਲ ਦੀ ਵੀ ਸ਼ਮੂਲੀਅਤ ਨਾਲ ਮੰਨ ਕੇ ਚੱਲਦੇ ਹਾਂ। ਕੋਈ ਨਹੀਂ, ਪੰਜਾਬ ਦੀਆਂ ਅਸੀਂ ਵਿਰੋਧੀ ਧਿਰਾਂ ਦਾ ਦਾਅਵਾ ਹੈ ਅਸੀਂ ਕਿ ਪੰਜਾਬ ਵਿੱਚ ਕੋਈ ਭਾਜਪਾ ਤੇ ਅਕਾਲੀ ਇਕੱਠੇ ਲੜਨਗੇ। ਨਹੀਂ, ਅਸੀਂ ਕੋਈ ਸਮਝੌਤਾ ਨਹੀਂ ਕਰ ਰਹੇ, ਅਸੀਂ ਅੱਡ ਤਿਆਰੀ ਕਰ ਰਹੇ ਹਾਂ। ਔਰ ਜਦੋਂ ਦਾ ਸੁਨੀਲ ਜਾਖੜ ਜੀ ਸਾਡੇ ਪ੍ਰਧਾਨ ਬਣੇ ਆ, ਸਾਡੀ ਪਿੰਡਾਂ ਵਿੱਚ ਜੋ ਘਾਟ ਸੀਗੀ ਅਸੀਂ ਉਹਨੂੰ ਪੂਰੀ ਕਰ ਲਿਆ ਔਰ ਲੋਕ ਬਹੁਤ ਉਤਸ਼ਾਹ ਨਾਲ ਸਾਡੇ ਨਾਲ ਰਲ ਰਹੇ ਆ। ਔਰ ਜਿਹੜੀਆਂ ਸਾਡੀਆਂ ਪਾਲਿਸੀਆਂ, ਵਿਦੇਸ਼ ਪਾਲਿਸੀਆਂ, ਹੁਣੇ G20 ਹੋ ਕੇ ਹਟਿਆ ਔਰ ਦੁਨੀਆ ਭਰ ਵਿੱਚ ਉਹਦੀ ਸਫਲਤਾ ਹੈ। ਜੇ ਕੈਨੇਡਾ, ਅਮਰੀਕਾ, UK ਦੇ ਵਿੱਚ ਜਦੋਂ G20 ਹੋਇਆ, ਉੱਥੇ ਵਿਦਰੋਹ ਹੋਏ, ਬਾਹਰ ਧਰਨੇ ਲੱਗੇ, ਪਰ ਸਾਡੇ ਇੱਥੇ ਵੈਲਕਮ ਕੀਤਾ ਗਿਆ। ਦੁਨੀਆ ਦੇ ਵੱਡੇ ਵੱਡੇ ਦੇਸ਼ ਆਏ ਔਰ ਅਸੀਂ ਜਿਹੜਾ ਹੈਗਾ, ਅਸੀਂ ਸਾਡੀ ਜਿਹੜੀ ਇਕੋਨਮੀ ਆ, ਅਸੀਂ ਉਹਨੂੰ ਉੱਪਰ ਵੱਲ ਨੂੰ ਲੈ ਕੇ ਜਾ ਰਹੇ ਹਾਂ। ਜਿਹੜਾ ਮੈਨੂੰ ਬੋਲਣ ਦਿਓ ਮਾੜਾ 2 ਮਿੰਟ ਦੇ ਦਿਓ ਪਲੀਜ਼। ਮੈਂ ਸਮਝਦੀ ਹਾਂ ਕਿ BJP ਦਾ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਨੇ ਇੱਕ ਮਾਹੌਲ ਬਣਾਇਆ ਸੀ ਕਈ ਸਾਲਾਂ ਤੋਂ ਕਿ RSS ਆ ਜਿਹੜੀ ਉਹਦੇ ਖਿਲਾਫ ਮਾਹੌਲ ਬਣਾਇਆ ਸੀ, ਉਹ ਟੁੱਟ ਚੁੱਕਿਆ। ਲੋਕਾਂ ਨੂੰ ਪਤਾ ਲੱਗ ਗਿਆ ਕਿ ਸੈਕੂਲਰ ਪਾਰਟੀ ਹੈ BJP। ਇਹ ਸਿਰਫ ਜਿਹੜਾ ਅਕਾਲੀ ਦਲ ਨੇ ਮਾਹੌਲ ਬਣਾਇਆ ਸੀਗਾ, ਉਹਦੇ 'ਚੋਂ ਲੋਕ ਬਾਹਰ ਨਿਕਲ ਕੇ ਆ ਗਏ। ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਆਪਦੀ ਸਥਿਤੀ ਸਪਸ਼ਟ ਕਰਨ ਕਿ ਕਾਂਗਰਸ ਦੇ ਪ੍ਰਵਕਤਾ ਕਿ ਪੰਜਾਬ ਦੇ ਵਿੱਚ ਉਹ ਇਕੱਠੇ ਹੋਣਗੇ ਕਿ ਨਹੀਂ। ਮੈਨੂੰ ਵੀ ਇੰਨੇ ਦਾਅਵੇ ਨਾਲ ਕਹਿ ਰਹੇ ਕਿ ਅਸੀਂ ਇਕੱਠੇ ਨਹੀਂ ਹੋਵਾਂਗੇ ਜੀ, ਪੂਰੇ ਠੋਕ ਕੇ ਕਹਿਣਾ ਇੱਕ ਠੋਕ ਕੇ ਆਪਾਂ ਜਵਾਬ ਲੈਣੇ ਇਕੱਠੇ ਹੋਵਾਂਗੇ। ਬਿਲਕੁਲ ਸਹੀ ਕਹਿ ਰਹੇ ਹੋ। ਥੈਂਕ ਯੂ ਵੈਰੀ ਮਚ। ਤੁਹਾਡਾ ਵੀ ਬਣਾ ਗਿਆ। ਪੁਲਿਸ ਸਾਹਿਬ, ਮੈਂ ਬਾਕੀ ਮਹਿਮਾਨਾਂ ਤੋਂ ਜਵਾਬ ਲੈਣਾ। ਸੰਖੇਪ ਛੋਟਾ ਜਿਹਾ ਜਵਾਬ ਜ਼ਰੂਰ ਜੋ ਬੀਬਾ ਰਾਮੂ ਵਾਲੇ ਨੇ ਕਿਹਾ। ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਜਿਹੜਾ ਹੈਗਾ ਹੇਠਲੀ ਪੱਧਰ ਤੇ ਗਲਤ ਢੰਗ ਨਾਲ ਗਲਤ ਰੰਗ ਦੇ ਕੇ ਪੇਸ਼ ਕੀਤਾ ਗਿਆ ਕਿ ਭਾਜਪਾ ਜਿਹੜੀ RSS ਦੀ ਜਮਾਤ ਹੈ ਔਰ ਉਹਦੇ ਲਈ ਅਕਾਲੀ ਦਲ ਨੇ ਹੀ ਇਹ ਗਲਤ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਅਸੀਂ ਕਹਿੰਦੇ ਉਹਦੇ ਤੋਂ ਬਾਹਰ ਆ ਗਏ ਹਾਂ। ਗੱਲ ਇਸ ਤਰ੍ਹਾਂ ਹੈਗੀ ਹੈ, ਜਿਹਦਾ ਆਪਣਾ ਰੰਗ ਹੀ ਬਾਹਰ ਪਹਿਲਾਂ ਹੀ ਨਜ਼ਰ ਆਉਂਦਾ ਹੋਵੇ ਤੇ ਉਹਨੂੰ ਕਿਸੇ ਹੋਰ ਨੇ ਰੰਗਤ ਕੀ ਦੇਣੀ ਹੈ? ਨਹੀਂ, ਇਹ ਗੱਲ ਅੱਜ ਇੱਕ ਮਿੰਟ ਮੈਂ ਤੁਹਾਨੂੰ ਟੋਕਿਆ ਨਹੀਂ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ ਪਲੀਜ਼, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ ਪਲੀਜ਼। ਅੱਜ ਜਿਹੜੀ ਰੰਗਤ ਪੰਜਾਬ ਦੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਦੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ, ਚਾਹੇ ਉਹ ਹਿੰਦੁਸਤਾਨ ਦੇ ਪੱਧਰ ਤੇ ਹੈ, ਚਾਹੇ ਪੰਜਾਬ ਦੇ ਪੱਧਰ ਤੇ ਹੈ, ਜਾਂ ਇੰਟਰਨੈਸ਼ਨਲ ਪੱਧਰ ਤੇ ਹੈ, ਇੱਕ ਅੱਤਵਾਦੀਆਂ ਦੀ। ਤੇ ਤੁਸੀਂ ਕੀ ਉਮੀਦ ਕਰਦੇ ਹੋ? ਤੁਸੀਂ ਫਿਰ ਰੰਗਤ ਤੇ ਆਪਣੇ ਆਪ ਸਾਹਮਣੇ ਆਉਂਦੀ ਹੈ। ਔਰ ਅੱਜ ਤੁਸੀਂ ਸਾਰੀਆਂ ਸੰਸਥਾਵਾਂ 'ਚ ਵੇਖ ਲਓ ਕਿਹੜੇ ਲੋਕ ਬੈਠੇ ਨੇ ਜਾਂ ਜਿਨ੍ਹਾਂ ਨੂੰ ਬਿਠਾਇਆ ਜਾ ਰਿਹਾ, ਕਿਹੜੇ ਲੋਕ ਬਿਠਾਏ ਜਾ ਰਹੇ ਆ। ਇਸ ਕਰਕੇ ਰੰਗਤ ਜਿਹੜੀ ਆਪਣੀ ਇਹਨਾਂ ਦੀ ਹੈ, ਉਹ ਰੰਗ ਤੇ ਆਪਣੇ ਆਪ ਲੋਕਾਂ ਨੂੰ ਬਾਹਰ ਨਜ਼ਰ ਆਉਂਦਾ ਕਿਹਦਾ ਕੀ ਰੰਗ ਹੈਗਾ। ਉਹ 'ਚ ਸਾਡੀ ਕੋਈ ਸ਼ਮੂਲੀਅਤ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਕੋਈ ਰੰਗਤ ਦਿੱਤੀ ਹੋਵੇ। ਔਰ ਬੰਦਾ ਜਿਹੜਾ ਮਾਨ ਸਨਮਾਨ ਸੀਗਾ ਹਰ ਵਾਰ ਇਹਨਾਂ ਨੂੰ ਜਿਹੜਾ ਦਿੱਤਾ ਗਿਆ, ਔਰ ਉਦੋਂ ਵੀ ਦਿੱਤਾ ਗਿਆ ਜਿੱਦਣ 3 MLA ਜਿੱਤ ਕੇ ਆਏ ਸੀਗੇ, ਬਰਾਬਰ ਦਾ ਸਨਮਾਨ ਦਿੱਤਾ ਗਿਆ ਸੀ ਉਦੋਂ ਵੀ। ਚਲੋ, ਤੁਹਾਡੀ ਗੱਲ ਐਵੇਂ ਐਲੀਗੇਸ਼ਨ ਲਾ ਦੇਣਾ ਕਿ ਅਸੀਂ ਕੋਈ ਰੰਗਤ ਦੇ ਰਹੇ, ਕੋਈ ਰੰਗਤ ਨਹੀਂ ਦੇ ਰਹੇ। ਰਾਮੂ ਵਾਲੀ ਜੀ, ਮੈਂ ਪੁੱਛਣਾ ਚਾਹੁੰਦੀ ਹਾਂ ਭੁੱਲਰ ਸਾਹਿਬ ਤੋਂ ਕਿ ਤੁਸੀਂ ਐਸੇ ਰੰਗਤ 'ਚ ਪਿਛਲੇ ਸਾਲ ਬੜੇ ਗਹਿਰੇ ਰੰਗੇ ਹੋਏ ਸੋ, ਬੜੇ ਆਨੰਦ ਮਾਣਦੇ ਸੀ। ਤੁਹਾਡੇ 2 ਬੰਦੇ ਮਿਨਿਸਟਰ ਬਣੇ ਹੋਏ ਸੀਗੇ। ਬਾਦਲ ਸਾਹਿਬ ਦੇ ਫਿਊਨਰਲ ਤੇ ਜਦੋਂ ਪ੍ਰਧਾਨ ਮੰਤਰੀ ਆਏ ਉਦੋਂ ਤਾਂ ਬੜੀ ਚੰਗੀ ਰੰਗਤ ਸੀਗੀ। ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਜਿੰਨਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਗਰ ਕੋਈ ਆਇਆ ਗੱਲ 'ਚ ਬੋਲੀ ਨਹੀਂ, ਮੈਂ ਗੱਲ 'ਚ ਬੋਲਣਾ ਪਲੀਜ਼। ਜਿੰਨਾ ਕਾਣ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਕੀਤਾ ਉਹ ਭਰਪਾਈ ਨਹੀਂ ਹੋਣਾ। ਅਸੀਂ 100 ਸਾਲ ਪਿੱਛੇ ਸਿੱਟ ਤੇ ਅੱਜ ਪੰਜਾਬ ਜੇ ਖਾਲੀ ਹੋ ਰਿਹਾ ਤੇ ਬਾਦਲਾਂ ਦੀ ਕਰਤੂਤ ਕਰਕੇ ਹੋ ਰਿਹਾ, ਇਹਨਾਂ ਬਾਦਲ ਪਰਿਵਾਰ ਦੀ ਕਰਤੂਤ ਕਰਕੇ ਹੋ ਰਿਹਾ। ਮੈਂ ਆਬਜੈਕਟ ਕਰੂੰਗਾ ਜਿਹੜੇ ਲਫ਼ਜ਼ ਬੀਬੀ ਰਾਮੂ ਵਾਲੇ ਉਹਨਾਂ ਨੇ ਯੂਜ਼ ਕੀਤੇ ਆ, ਮੈਂ ਉਹਨਾਂ ਤੇ ਆਬਜੈਕਟ ਕਰਦਾ ਕਿ ਇਹੋ ਜਿਹੇ ਲਫ਼ਜ਼ ਨਾ ਯੂਜ਼ ਕਰਨ। ਅਗਰ ਕਰਤੂਤਾਂ ਦੀ ਗੱਲ ਕਰਦੇ ਆ ਤਾਂ ਆਪਣੇ ਪਿਤਾ ਜੀ ਬਾਰੇ ਸੋਚਣ ਵੀ ਉਹਨਾਂ ਨੇ ਕੀ ਕੁਝ ਕੀਤਾ ਔਰ ਕਿਸ ਤਰੀਕੇ ਨਾਲ। ਮੈਂ ਇੱਕ ਮਿੰਟ ਜਿਸ ਤਰੀਕੇ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਚ ਹਮੇਸ਼ਾ ਹੀ ਸ਼ੂਰਾ ਮਾਰਿਆ, ਉਸ ਤੋਂ ਜ਼ਿਆਦਾ ਗਿਰੇ ਹੋਏ ਕੰਮ ਕੋਈ ਕਰ ਹੀ ਨਹੀਂ ਸਕਦਾ। ਜਿੰਨਾ ਉਹਨਾਂ ਨੇ ਢਾਹ ਲਾਈ ਹੈ ਪੰਥ ਨੂੰ, ਉਨੀ ਢਾਹ ਕੋਈ ਪੰਥ ਨੂੰ ਲਾ ਹੀ ਨਹੀਂ ਸਕਦਾ। ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਲਾ ਸਕਦਾ। ਚੋਰ ਰਸਤੇ ਜਾ ਕੇ ਯੂਪੀ ਦੇ ਵਿੱਚ ਜਾ ਕੇ ਮੰਤਰੀ ਬਣ ਜਾਣਾ, ਚੋਰ ਰਸਤੇ ਜਾ ਕੇ, ਇਹ ਕੋਈ ਭਲੇ ਵਾਲੀ ਗੱਲ ਹੈ? ਤੁਸੀਂ ਕਰਤੂਤਾਂ ਦੱਸਿਆ, ਕਰਤੂਤਾਂ ਤੁਸੀਂ ਆਪਣੇ ਪਰਿਵਾਰ ਦੀਆਂ ਦੇਖੋ, ਤੁਹਾਡੇ ਪਰਿਵਾਰ ਦੀਆਂ ਕੀ ਕਰਤੂਤਾਂ ਨੇ, ਤੁਹਾਡੇ ਪਰਿਵਾਰ ਨੇ ਕੀ ਕੀਤਾ ਉਹਨੂੰ ਵੇਖੋ ਤੁਸੀਂ।
ਤੁਸੀਂ ਆਪਣੇ ਪਰਿਵਾਰ ਦੀਆਂ ਕਰਤੂਤਾਂ ਦੇਖੋ ਉਹਨਾਂ ਨੇ ਕੀ ਕੀਤਾ ਗਲਤ ਗੱਲ ਕਰ ਰਹੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਤੇ ਜਿਹੜਾ ਕਹਿ ਰਹੇ ਹੋ ਕਰਤੂਤਾਂ ਆਪਣੇ ਪਰਿਵਾਰ ਦੀਆਂ ਦੇਖੋ ਪਹਿਲਾਂ ਤੁਸੀਂ, ਕਿਉਂਕਿ ਤੁਹਾਡਾ ਦਰਦ ਆਪਣੇ ਪਰਿਵਾਰ ਦਾ ਹੈ। ਇਹ ਕੋਈ ਬੀਜੇਪੀ ਦਾ ਦਰਦ ਨਹੀਂ ਹੈ, ਇਹ ਕੋਈ ਬੀਜੇਪੀ ਦਾ ਦਰਦ ਨਹੀਂ ਹੈ, ਤੁਹਾਡੇ ਆਪਣੇ ਪਰਿਵਾਰ ਦਾ ਦਰਦ ਹੈ, ਇਹ ਪਰਸਨਲ ਦਰਦ ਹੈ ਤੁਹਾਡਾ। ਕਰਤੂਤਾਂ ਆਪਣੇ ਪਰਿਵਾਰ ਦੀਆਂ ਦੇਖੋ ਤੁਸੀਂ, ਤੁਹਾਡੇ ਪਰਿਵਾਰ ਨੇ ਕੀ ਕੀਤਾ ਅੱਜ ਤੱਕ? ਮੇਰੇ ਪਰਿਵਾਰ ਨੇ, ਤੁਹਾਡੇ ਪਰਿਵਾਰ ਨੇ ਬੇੜਾ ਗਰਕ ਕੀਤਾ। ਰਾਮੋਈਆ ਸਾਹਿਬ ਨੇ ਹਮੇਸ਼ਾ ਪਿੰਡ ਸ਼ੁਰਾ ਮਾਰਿਆ, ਹਮੇਸ਼ਾ ਉਹਨਾਂ ਨੇ ਹਮੇਸ਼ਾ ਰਾਜਪੂਤ ਬਣੇ ਹੋ, ਰਾਜ ਦੇ ਪੁੱਤ ਬਣ ਕੇ ਗਏ, ਜਿਹੜਾ ਰਾਜ ਉਹਦੇ ਪਿੱਛੇ ਲੱਗੇ ਹੋ, ਉਹਨਾਂ ਨੇ ਹਮੇਸ਼ਾ ਪਿੱਠ ਛੁਰਾ ਮਾਰਿਆ। ਮੈਂ ਕਹਾਂ ਆਪਣੇ ਪਰਿਵਾਰ ਦੀਆਂ ਕਰਤੂਤਾਂ ਦੇਖੋ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਣੀ 5 ਵਾਰੀ ਮੁੱਖ ਮੰਤਰੀ ਬਣੇ, ਲੋਕਾਂ ਨੂੰ ਪਤਾ ਉਹਨਾਂ ਨੇ ਕੀ ਕੁਛ ਕੀਤਾ। ਸਿਰਫ ਆਪਣੇ ਪਰਿਵਾਰ ਦੀਆਂ ਕਰਤੂਤਾਂ ਦੇਖੋ ਤੁਸੀਂ। ਤੁਹਾਡੇ ਇਸ ਲਫ਼ਜ਼ ਦੇ ਉੱਤੇ ਮੈਂ ਤੁਹਾਨੂੰ ਜਵਾਬ ਦੇ ਰਿਹਾ, ਜਿਹੜਾ ਤੁਸੀਂ ਸਰਦਾਰ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਯੂਜ਼ ਕੀਤਾ, ਅਫਸੋਸ ਨਾਲ ਕਹਿਣਾ ਪੈਂਦਾ ਹੈ। ਜਿਹੜੇ ਪਰਿਵਾਰ ਦੀਆਂ ਆਪਣੀਆਂ ਕਰਤੂਤਾਂ ਮਾਰੀਆਂ ਹੋਣ, ਉਹ ਇੱਕ ਐਸੇ ਇਨਸਾਨ ਦੇ ਉੱਤੇ ਉਂਗਲੀ ਚੱਕੇ ਔਰ ਉਹਦੇ ਵਾਸਤੇ ਐਸੇ ਲਫ਼ਜ਼ ਯੂਜ਼ ਕਰੇ। ਆਪਣੀਆਂ ਕਰਤੂਤਾਂ ਦੇਖੇ ਪਹਿਲਾਂ। ਪੁਲਿਸ ਸਾਹਿਬ ਮਿਹਰਬਾਨੀ, ਪੁਲਿਸ ਸਾਹਿਬ ਤੁਹਾਡਾ ਨਹੀਂ ਮੈਨੂੰ ਬੋਲਣ ਦਿਓ। ਜਦੋਂ ਪੈਸਿਆਂ ਦੀ ਢੇਰੀ ਤੇ ਸਰਦਾਰ ਸਿੰਘ ਮੈਂ ਕਹਿੰਦਾ ਨਹੀਂ, ਤੁਸੀਂ ਪੈਸਿਆਂ ਦੀ ਢੇਰੀਆਂ ਤੇ ਨਹੀਂ ਡਿੱਗੇ, ਤੁਸੀਂ ਪੈਸੇ ਦੀ ਢੇਰੀਆਂ ਤੇ ਨਹੀਂ ਡਿੱਗੇ, ਤੁਸੀਂ ਤਾਂ ਯੂਪੀ ਜਾ ਕੇ ਡਿੱਗੇ, ਤੁਸੀਂ ਤਾਂ ਯੂਪੀ ਜਾ ਕੇ ਡਿੱਗੇ, ਤੁਸੀਂ ਤਾਂ ਯੂਪੀ ਜਾ ਕੇ ਡਿੱਗੇ। ਦੇਖੋ ਤੁਸੀਂ ਇਹ ਪੈਸੇ ਦੀ ਢੇਰੀਆਂ ਡਿੱਗੇ, ਇੱਥੇ ਪੈਸੇ ਸ਼ੂਰਾ ਮਾਰ ਕੇ ਤੁਸੀਂ ਯੂਪੀ ਜਾ ਕੇ ਡਿੱਗੇ। ਆਪਾਂ ਸਮਝ में रखिए, भाषा ਦੀ ਮਰਿਆਦਾ ਰੱਖੀਏ ਆਪਾਂ। ਥੈਂਕ ਯੂ ਰਾਮੂ ਵਾਲੇ ਜੀ। ਜਿਹਦਾ ਰਾਮੂ ਵਾਲੀ ਦੇਖੋ ਅਸੀਂ ਇਹ ਚੀਜ਼ ਐਕਸੈਪਟ ਨਹੀਂ ਕਰਾਂਗੇ ਜੇਕਰ ਤੁਸੀਂ ਬਦਲਫ਼ਜ਼ ਬੋਲੋਗੇ। ਇੱਕ ਮਹਿਰੂਮ ਮੁੱਖ ਮੰਤਰੀ ਜਿਹੜੇ ਰਹੇ ਨੇ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਸਭ ਤੋਂ ਅਜ਼ੀਜ਼ ਨੇ, ਜਿਹੜੇ 5 ਵਾਰੀ ਮੁੱਖ ਮੰਤਰੀ ਬਣੇ, ਤੇ ਤੁਸੀਂ ਉਹਨਾਂ ਨੂੰ ਕਹੋਗੇ ਤੁਸੀਂ ਕਹੋਗੇ ਉਹਨਾਂ ਦੀਆਂ ਕਰਤੂਤਾਂ, ਆਪਣੇ ਪਰਿਵਾਰ ਦੀਆਂ ਕਰਤੂਤਾਂ ਦੇਖੋ ਤੁਸੀਂ। ਓਕੇ ਥੈਂਕ ਯੂ ਵੈਰੀ ਮਚ। ਆਪਾਂ ਭਾਸ਼ਾ ਦੀ ਤੁਹਾਨੂੰ ਹਰ ਚੀਜ਼ ਨੂੰ ਨਵਾਜਿਆ ਗਿਆ, ਹਰ ਚੀਜ਼ ਨੂੰ ਨਵਾਜਿਆ ਗਿਆ। ਤੁਸੀਂ ਮੈਂਟਲ ਆਏ ਛੱਡ ਕੇ ਜਾਣ ਨੂੰ ਉਧਰ ਬਿਲਕੁਲ ਹੀ ਨਵਾਜਿਆ ਗਿਆ। ਪੁਲਿਸ ਸਾਹਿਬ ਤੁਹਾਡਾ ਰਾਮੂ ਵਾਲੇ ਜੀ ਤੁਹਾਡਾ ਵੀ ਪੁਆਇੰਟ ਵੀ ਆ ਗਿਆ, ਮਿਹਰਬਾਨੀ। ਮੈਂ 25 ਸੀਟਾਂ ਜਿੱਤੀਆਂ। ਓਕੇ ਆਪਾਂ ਫਿਰ ਮੈਂ ਆਵਾਂਗਾ, ਫਿਰ ਆਵਾਂਗੇ ਇਸ ਮੁੱਦੇ ਤੇ, ਫਿਰ ਆਪਾਂ ਸਵਾਲ ਲੈਣੇ ਆ। ਸਾਡੇ ਨਾਲ ਬਾਕੀ ਇੱਕ ਲੈ ਲਓ ਜੀ, ਇੱਕ ਸਵਾਲ, ਇੱਕ ਬੜੇ ਐਡ ਕਰ ਲਓ, ਇੱਕ ਐਡ ਕਰ ਲਓ, ਇੱਕ ਐਡ ਕਰ ਲਓ। ਤੁਸੀਂ ਕਹਿੰਦੇ ਜੀ 25 ਸੀਟਾਂ ਜਿੱਤੇ, ਆ ਬੀਜੇਪੀ ਦੇ ਸਾਰੇ ਬੀਜੇਪੀ ਦੇ ਪੂੰਝ ਕੇ ਲੀਡਰ ਪਾਸੇ ਕਰਤੇ, ਤੁਹਾਡੇ ਵਰਗੇ ਉੱਥੇ ਲੀਡਰ ਬਣਾਤੇ। ਆਪਾਂ ਫਿਰ ਜਦੋਂ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ? ਆਪਾਂ ਸਵਾਲ ਲਾਵਾਂਗੇ ਰਾਮੂ ਵਾਲੇ ਜੀ। ਕੋਈ ਢਿੱਡ ਨਹੀਂ ਦੁਖਦਾ। ਪੁਲਿਸ ਸਾਹਿਬ ਰਾਮੂ ਵਾਲੇ ਜੀ ਪਲੀਜ਼, ਦੋਨਾਂ ਦਾ ਵੀ ਵੰਡਾ ਗਿਆ। ਰਮਚੰਦ ਜੀ ਇਸ ਮਾਮਲੇ ਤੇ ਮੈਂ ਸਵਾਲ ਲੈਣ ਲੱਗਿਆ। ਦੇਖੋ ਤੁਸੀਂ ਗੱਲ ਕੀਤੀ ਹੈ ਕਾਂਗਰਸ ਦੀ, ਅਕਾਲੀ ਦਲ ਦੀ ਔਰ ਭਾਜਪਾ ਦੀ। ਅਕਾਲੀ ਦਲ ਦਾ ਵੀ ਕਹਿਣਾ ਹੈ, ਭਾਜਪਾ ਦਾ ਵੀ ਕਹਿਣਾ ਹੈ ਕਿ ਤੁਸੀਂ ਆਪਸ ਵਿੱਚ ਕਾਂਗਰਸ ਦੇ ਗੁੱਥਮ ਗੁੱਥੀ ਹੋ ਰਹੇ ਹੋ, ਲੜਾਈਆਂ ਲੜ ਰਹੇ ਹੋ। ਸਾਡੇ ਬਾਰੇ ਤੁਸੀਂ ਕੀ ਸਵਾਲ ਚੁੱਕੋਗੇ? ਭਾਜਪਾ ਦਾ ਕਹਿਣਾ ਹੈ ਕਿ ਅਸੀਂ ਵੀ ਸ਼ਾਨ ਨਾਲ 13 ਦੀਆਂ 13 ਸੀਟਾਂ, ਅਕਾਲੀ ਦਲ ਦਾ ਵੀ ਦਾਅਵਾ ਹੈ, ਔਰ ਕਾਂਗਰਸ ਦਾ ਕਹਿਣਾ ਹੈ ਕਿ ਜੇ ਨੈਸ਼ਨਲ ਲੈਵਲ ਤੇ ਸਾਡਾ ਕੌਮੀ ਨਜ਼ਰੀਏ ਤੋਂ ਸਮਝੌਤਾ ਜ਼ਰੂਰ ਹੈ ਇੰਡੀਆ ਦੇ ਤੌਰ ਤੇ, ਪਰ ਪੰਜਾਬ 'ਚ ਪੋਸੀਬਲ ਹੋ ਸਕਦਾ ਸੀ 13 ਦੀਆਂ 13 ਸੀਟਾਂ ਹੀ ਲੜੀਏ। ਕਾਂਗਰਸ ਵੀ ਦਾਅਵਾ ਕਰ ਰਹੀ ਹੈ, ਤੁਹਾਡਾ ਦਾਅਵਾ ਫਿਰ ਕਿੰਨਾ ਕੁ ਇੱਥੇ ਸਟੈਂਡ ਕਰਦਾ ਹੈ? ਜੀ ਰਾਮੂ ਵਾਲੀ ਜੀ ਨੇ ਜਿੱਦਾਂ ਕਿਹਾ ਰਮਨਚੰਦ ਜੀ। ਸਿੱਧੂ ਸਾਹਿਬ ਦੇਖੋ, ਮੈਂ ਜ਼ਿਆਦਾ ਕੁਝ ਨਾ ਹੀ ਬੋਲਣਾ ਤਾਂ ਚੰਗਾ ਕਿ ਜੋ ਕੁਝ ਅੱਜ ਅਕਾਲੀ ਦਲ और ਬੀਜੇਪੀ ਆਪਸ 'ਚ ਅੱਜ ਇਸ ਡਿਬੇਟ ਦੇ ਵਿੱਚ ਦਿਖਾਇਆ, ਤਾਂ ਸ਼ਾਇਦ ਮੇਰੇ ਖਿਆਲ ਇਹ ਗੱਲਾਂ ਸੁਣ ਕੇ ਪੰਜਾਬ ਦੇ ਲੋਕ ਸਮਝ ਗਏ ਹੋਣੇ ਨੇ ਕਿ ਕੀ ਕੁਝ ਪਹਿਲਾਂ ਹੁੰਦਾ ਰਿਹਾ, ਕੀ ਕੁਝ ਅੱਗੇ ਹੋਏਗਾ। ਨੰਬਰ 2 ਦੇ ਉੱਤੇ ਦੇਖੋ, ਜੇਕਰ ਗੱਠਜੋੜ ਇੰਡੀਆ ਲੈਵਲ ਦੇ ਉੱਤੇ ਬਿਲਕੁਲ ਸਹੀ ਔਰ ਦਰੁਸਤ ਰਸਤੇ ਦੇ ਉੱਤੇ ਚੱਲਦਾ ਤਾਂ ਇਹਦੇ 'ਚ ਕੋਈ ਵੀ ਆਪੱਤੀ ਨਹੀਂ ਹੋਏਗੀ ਕਿ ਜਿਸ ਤਰ੍ਹਾਂ ਜੋ ਫੈਸਲਾ ਹਾਈ ਕਮਾਂਡ ਦਾ ਹੋਏਗਾ ਉਹੀ ਲਾਗੂ ਸੂਬਿਆਂ ਦੇ ਵਿੱਚ ਹੋਏਗਾ। ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਸੂਬੇ ਦੀ ਕਿਸੇ ਵੀ ਪਾਰਟੀ ਦੀ ਕੋਈ ਲੀਡਰਸ਼ਿਪ ਹੈ ਉਹ ਆਪਣੇ ਪਰਸਨਲ ਹਿੱਤਾਂ ਦੇ ਲਈ ਆਪ ਚਾਹੁੰਦੀ ਹੈ ਤਾਂ ਉਸ ਤਰ੍ਹਾਂ ਅਲੱਗ ਤਰੀਕੇ ਨਾਲ ਲਾਗੂ ਕਰ ਦਿੱਤਾ ਜਾਏਗਾ। ਇਸ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨਾਂ ਇਸ ਗੱਠਜੋੜ ਦੇ ਅੰਦਰ ਨਹੀਂ ਹੈਗੀਆਂ। ਦੇ ਉੱਤੇ ਇੱਕ ਗੱਲ ਮੈਂ ਕਲੀਅਰ ਮੌਜੂਦਾ ਪੰਜਾਬ ਦੀ ਜੋ ਸਥਿਤੀ ਹੈ, ਜਿਸ ਤਰ੍ਹਾਂ ਪਾਰਟੀਆਂ ਆਪਸ ਦੇ ਵਿੱਚ ਪਾਰਟੀ ਛਾੜ ਹੋ ਰਹੀਆਂ ਨੇ, ਸਭ ਤੋਂ ਪਹਿਲਾਂ ਮੈਂ ਬੀਜੇਪੀ ਦੀ ਗੱਲ ਕਰ ਰਿਹਾ ਕਿ ਬੀਜੇਪੀ ਬਹੁਤ ਕੁਝ ਕਹਿੰਦੀ ਹੈ। ਦੇਖੋ ਨੈਸ਼ਨਲ ਲੈਵਲ ਦੇ ਉੱਤੇ ਔਰ ਮੌਜੂਦ ਪੰਜਾਬ ਦਾ ਜੋ ਮੌਜੂਦਾ ਸਥਿਤੀ ਹੈ, ਜਿਹੜੇ ਪ੍ਰਧਾਨ ਬਣਾਏ ਨੇ ਕਾਂਗਰਸ ਤੋਂ ਲਿਆ ਕੇ, ਵੈਸੇ ਤਾਂ ਜਿੰਨੇ ਵੀ ਕੁਰਮਾ ਬੀਜੇਪੀ ਦਾ ਪੰਜਾਬ ਦੇ ਅੰਦਰ ਜਾਂ ਅਕਾਲੀ ਦਲ ਕਾਂਗਰਸ ਦਾ ਜਿੰਨੇ ਵੀ ਚੱਕ ਕੇ ਬਣਾਇਆ ਗਿਆ, ਗਰਾਊਂਡ ਲੈਵਲ ਦੇ ਉੱਤੇ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ। ਅੱਜ ਆਧਾਰ ਸੀਗਾ, ਤੁਸੀਂ ਵੀ ਤਾਂ ਕਾਂਗਰਸ ਦੇ ਬੰਦੇ ਲਏ ਆ ਵਿੱਚੋਂ। ਨਹੀਂ ਮੈਂ ਤੁਹਾਨੂੰ ਵੀ ਗੱਲ ਦੱਸਦੀ ਆ, ਅੱਜ ਪੰਜਾਬ ਭਾਜਪਾ ਦੇਖੋ, ਅੱਜ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਜੀ ਨੇ ਉਹਨਾਂ ਦੀ ਆਪਸ ਦੇ ਵਿੱਚ ਦੇਖੋ ਉਹਨਾਂ ਦੀ ਵਿਰੋਧਤਾ
ਸਾਲੀ ਬੀਜੇਪੀ ਦੇ ਵਲੰਟੀਅਰ ਤੋਂ ਕਦੇ ਕੱਲ ਮਗੋਹਰ ਦੇ ਸਾਕਾ ਵਿਧਾਇਕ ਰੰਗ ਜੀ ਆਮ ਆਦਮੀ ਪਾਰਟੀ ਕਿਸ ਕਰਕੇ ਸ਼ਾਮਲ ਕਰਕੇ ਗਏ ਨੇ ਕਿ ਸਾਨੂੰ ਬਿਨਾਂ ਪੁੱਛੇ ਔਰ ਸਾਡਾ ਹੱਕ ਮਾਰ ਲਿਆ ਗਿਆ ਬੀਜੇਪੀ ਦੀ ਕੇਂਦਰ ਦੀ ਟੀਮ ਵੱਲੋਂ। ਔਰ ਅਕਾਲੀ ਦਲ ਦੇ ਵਿੱਚ ਦੇਖੋ ਸੁਖਬੀਰ ਬਾਦਲ ਜੀ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਕਿੰਨੇ ਕਾਂਗਰਸ ਦੇ ਬੁਲਾਰੇ ਦੱਸ ਕੇ ਹਟੇ, ਮੈਂ ਵਾਰ-ਵਾਰ ਨਹੀਂ ਕਹਿਣਾ ਕਿ ਕਿੰਨੀਆਂ ਅਕਾਲੀ ਦਲ ਨਿਕਲ ਚੁੱਕੀਆਂ। ਔਰ ਇਹਨਾਂ ਦੇ ਮੌਜੂਦਾ ਵਿਧਾਇਕ ਮਨਪ੍ਰੀਤ ਯਾਦੀ ਜੀ ਪਿਛਲੇ ਇੱਕ ਸਭਾ ਚੱਲ ਨੇ ਪਾਰਟੀ ਦੇ ਨਾਲ ਕੀ ਕੁਛ ਇਹਨਾਂ ਦੀ ਇੰਟਰਨਲ ਲੀਡਰਸ਼ਿਪ ਕਰ ਰਹੀ ਹੈ। ਕਿਸੇ ਦਾ ਤੂੰ ਇੱਧਰ ਨੂੰ ਕਿਸੇ ਦਾ ਇੱਧਰ ਨੂੰ ਹੈ। ਹੁਣ ਰਹੀ ਗੱਲ ਨੈਸ਼ਨਲ ਜਿਹੜੇ ਜੁਮਲੇ ਨੇ ਮੋਦੀ ਜੀ ਦੇ, ਜੇਕਰ ਆਪਾਂ ਸਾਰੀਆਂ ਗੱਲਾਂ ਨੈਸ਼ਨਲ ਲੈਵਲ ਦੀ ਨਹੀਂ ਹੁੰਦਾ, ਜੇਕਰ ਫੋਰ ਐਗਜ਼ਾਮਪਲ ਲੈ ਕੇ 24 ਸਾਲ ਤੱਕ ਜੇ ਆਪਣੇ ਦੇਸ਼ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ 2016 ਦੇ ਵਿੱਚ ਉਹਨਾਂ ਦੀ ਗਿਣਤੀ ਸੀ ਜਿਹੜੇ ਨੌਕਰੀਆਂ ਕਰਦੇ ਸੀ 7 ਕਰੋੜ ਤੋਂ ਉੱਪਰ, ਅੱਜ ਉਹ ਘਟ ਕੇ 5 ਕਰੋੜ ਦੇ ਕਰੀਬ ਰਹਿ ਗਈ ਹੈ। 2 ਕਰੋੜ ਨੌਕਰੀਆਂ ਇਸ ਲੈਵਲ ਦੀ ਦੇ ਉੱਪਰ ਘਟ ਗਈਆਂ ਨੇ। ਮੈਂ ਲੈਵਲ ਦੇ ਉੱਤੇ ਗੱਲ ਕਰਾਂ ਤਾਂ ਇਹ ਬਹੁਤ ਲੰਬੀ ਚਲੇ ਜਾਣੀ ਹੈ। ਸੋ ਜਿਸ ਤਰ੍ਹਾਂ ਅੰਕੜਿਆਂ ਦੇ ਰੂਪ ਦੇ ਵਿੱਚ ਬੀਜੇਪੀ ਦੇਸ਼ ਨੂੰ ਨੰਬਰ 1 ਬਣਾਉਣਾ ਚਾਹੁੰਦੀ ਹੈ, ਅੱਜ ਇਹੀ ਸਥਿਤੀ ਹੈ ਜੀ ਗਰਾਊਂਡ ਲੈਵਲ ਦੇ ਉੱਤੇ ਫਿਜ਼ੀਕਲੀ ਪ੍ਰੈਕਟੀਕਲੀ ਨਹੀਂ ਹੈ। ਸੋ ਇਸ ਕਰਕੇ ਸੰਵਿਧਾਨ ਦਾ ਖਤਰਾ ਬਣੀ ਹੋਇਆ, ਦੇਸ਼ ਦੇ ਲੋਕਾਂ ਲਈ ਵੀ ਬੀਜੇਪੀ ਬੜਾ ਖਤਰਾ ਬਣੀ ਹੋਈ ਹੈ, ਕਿਉਂਕਿ ਸਾਡੇ ਲੋਕਤੰਤਰ ਦੇ ਉੱਤੇ ਅੱਜ ਸਵਾਲੀਆ ਸਿਰ ਖੜਾ ਕਰ ਦਿੱਤਾ ਬੀਜੇਪੀ ਨੇ। ਸਾਰੀਆਂ ਪਾਰਟੀਆਂ ਚਾਹੇ ਨੈਸ਼ਨਲ ਲੈਵਲ ਨੇ, ਚਾਹੇ ਆਪਣੇ ਸਟੇਟ ਲੈਵਲ ਦੀਆਂ ਨੇ, ਸਾਰੀਆਂ ਪਾਰਟੀਆਂ ਦੇਸ਼ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ। ਸੋ ਪੰਜਾਬ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਕੱਢਿਆ ਚੋਣ ਲੜਦੀ ਹੈ ਤਾਂ 13 ਦੀਆਂ 13 ਸੀਟਾਂ ਤੇ ਮੈਂ ਪਹਿਲਾਂ ਵੀ ਕਿਹਾ ਸੀ, ਫੇਰ ਕਹਿੰਦਾ ਕਿ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬੀ ਖੁਸ਼ ਨੇ। ਜੋ ਕੁਝ ਗਰਾਊਂਡ ਲੈਵਲ ਦੇ ਉੱਤੇ ਮਾਨ ਸਰਕਾਰ ਨੇ ਪੰਜਾਬੀਆਂ ਦੀ ਡਿਲੀਵਰ ਕੀਤਾ, ਅੱਜ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ। ਥੈਂਕ ਯੂ ਵੈਰੀ ਮਚ। ਦਿਵਸ ਸੰਖੇਪ ਚ ਮੈਂ ਬਾਕੀ ਸਾਰੇ ਮਹਿਮਾਨਾਂ ਨੂੰ ਆਪਾਂ ਮੌਕਾ ਦੇਵਾਂਗੇ। ਰਾਮੂ ਵਾਲੀ ਜੀ ਗੱਲ ਕਰ, ਰਾਮੂ ਵਾਲੀ ਜੀ ਸੰਖੇਪ ਚ ਮੈਂ ਰਮਨ ਚੰਦ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਬੀਜੇਪੀ ਦੇ ਡਰ ਤੋਂ ਹੀ ਸਾਰੇ ਇਕੱਠੇ ਹੋਏ ਹੋ, ਕਿਉਂਕਿ ਜਿੱਤ ਰਹੇ ਆ। ਇਸ ਲਈ ਕੋਈ ਇਹਦੇ ਵਿੱਚ ਜਿਹੜਾ ਤੁਸੀਂ ਸਾਨੂੰ ਇੰਨੇ ਇਲਜ਼ਾਮਾਤ ਲਾਏ ਆ, ਮੈਨੂੰ ਦੱਸ ਦਿਓ ਕੇਜਰੀਵਾਲ ਸਾਹਿਬ ਕਿਹੜੇ ਦੁੱਧ ਧੋਤੇ ਆ? ਉਹਨਾਂ ਨੂੰ ਤਾਂ ਝੂਠ ਦੀ ਹਰ ਪਾਰਟੀ ਉਹਨਾਂ ਨੂੰ ਝੂਠਾ ਕਹਿ ਰਹੀ ਆ। ਔਰ ਪੰਜਾਬ ਵਿੱਚ ਜੋ ਤੁਸੀਂ ਲੋਕਾਂ ਦਾ ਸੱਤਿਆਨਾਸ਼ ਕੀਤਾ, ਔਰ ਅੱਜ ਕਾਂਗਰਸ ਦੇ ਪ੍ਰਧਾਨ ਦੀ ਵੱਡੀ ਫੋਟੋ ਲੱਗ ਕੇ ਬਿਆਨ ਲੱਗਿਆ ਹੋਇਆ, ਔਰ ਤੁਹਾਨੂੰ ਕੌਣ ਚੰਗਾ ਸਮਝ ਰਿਹਾ? ਔਰ ਮੈਨੂੰ ਇਹ ਦੱਸ ਦਿਓ ਕਿ ਸੀਐਮ ਸਾਹਿਬ ਨੇ ਜਿਹੜੇ ਐਨੀਮੇਸ਼ਨ ਸਕੂਲਾਂ ਦਾ ਉਦਘਾਟਨ ਕੀਤਾ, ਉਹਦੇ ਲੰਬੀ ਗੱਲ ਹੋ ਜਾਏਗੀ। ਆਪਾਂ ਉਹਦੇ ਬਾਅਦ ਕੀ ਹੋਇਆ ਔਰ ਕੀ ਪੰਜਾਬ ਦਾ ਸਵਾਰਥ ਆ? ਥੈਂਕ ਯੂ ਵੈਰੀ ਮਚ। ਜਿਹੜੇ ਹੜ ਆਏ ਉਹਨਾਂ ਵਿੱਚ ਕੀ ਸਵਾਰਥ? ਥੈਂਕ ਯੂ ਰਾਮੂ ਵਾਲੀ ਜੀ। ਆਪਾਂ ਫਿਰ ਜਾ ਕੇ ਤਾਂ ਦੇਖੋ ਤੁਸੀਂ ਤੁਹਾਡਾ ਕੀ ਬਣਦਾ। ਫਿਰ ਰਮਨਚੰਦ ਜੀ ਇਕੱਠੇ ਆਈ ਥਿੰਕ ਇਕੱਠਾ ਜਵਾਬ ਤੁਹਾਨੂੰ ਦੇਣਾ ਸੌਖਾ ਰਹੇਗਾ। ਬਾਕੀ ਮਹਿਮਾਨਾਂ ਦੇ ਵੀ ਆਪਾਂ ਸਵਾਲ ਲੈ ਲਈਏ। ਪੁੱਲਰ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਆ। ਪੁੱਲਰ ਸਾਹਿਬ ਸੰਖੇਪ ਦੇ ਵਿੱਚ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਇੱਕ ਪਾਸੇ ਕਾਂਗਰਸ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਕਹਿੰਦੀ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਐਗਜ਼ਿਸਟ ਹੀ ਨਹੀਂ ਕਰਦਾ। 18 ਤੋਂ ਵੱਧ ਵਾਰ ਰਮਨ ਚਾਂਦੀ ਜੀ ਨੇ ਜਦੋਂ ਦਾ ਬੋਲਣਾ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਜਪ ਲਿਆ। 24 ਤੋਂ ਵੱਧ ਵਾਰ ਕਾਂਗਰਸ ਦੇ ਜਿਹੜੇ ਪ੍ਰਵਕਤਾ ਨੇ ਉਹਨਾਂ ਨੇ ਨਾਮ ਜਪ ਲਿਆ। ਜੇ ਐਗਜ਼ਿਸਟ ਨਹੀਂ ਕਰਦਾ ਤੇ ਦਿਮਾਗ 'ਚ ਕਿਉਂ ਇੰਨਾ ਵੜਿਆ ਹੋਇਆ ਹੈ ਨਾ ਜੀ? ਇਹਨਾਂ ਡਰ ਕਿਉਂ ਹੈ ਇਸ ਨਾਂ ਦਾ? ਕਿਉਂ ਬਾਰ-ਬਾਰ ਇਹ ਨਾਂ ਆਉਂਦਾ ਜ਼ਬਾਨ ਤੇ? ਔਰ ਦੂਜੀ ਗੱਲ, ਇੱਕ ਮਿੰਟ, ਮੈਂ ਤੁਹਾਡੇ 'ਚ ਬੋਲਿਆ ਨਹੀਂ ਚਾਂਦੀ ਜੀ, ਮੈਂ ਤੁਹਾਡੇ 'ਚ ਗੱਲ ਬੋਲਿਆ ਨਹੀਂ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਤੁਹਾਡੀ ਗੱਲ 'ਚ ਬੋਲਿਆ ਨਹੀਂ, ਤੁਹਾਡੀ ਗੱਲ 'ਚ ਬੋਲਿਆ ਨਹੀਂ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ। ਤੁਸੀਂ ਆਪਣੀ ਗੱਲ ਰੱਖ ਲਿਓ ਬਾਅਦ 'ਚ। ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਬਾਅਦ 'ਚ ਰੱਖ ਲਿਓ ਆਪਣੀ ਗੱਲ ਤੁਸੀਂ। ਓਕੇ, ਗੱਲ ਇਹ ਨਾ ਡਰ ਪੈ ਕਿਉਂ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਦੋਵਾਂ ਪਾਰਟੀਆਂ ਨੂੰ? ਜੇਕਰ ਸ਼੍ਰੋਮਣੀ ਅਕਾਲੀ ਦਲ ਐਗਜ਼ਿਸਟ ਨਹੀਂ ਕਰਦਾ ਤੇ ਫਿਰ ਤੇ ਇਹਨਾਂ ਨੂੰ ਨਾ ਇਹਨਾਂ ਦੀ ਜ਼ਬਾਨ ਤੇ ਆਉਣਾ ਨਹੀਂ ਚਾਹੀਦਾ। ਐਗਜ਼ਿਸਟ ਨਹੀਂ ਕਰਦੇ ਕਿਉਂਕਿ ਇਹ ਐਗਜ਼ਿਸਟ ਕਰਦੇ ਆ ਔਰ ਪੂਰੇ ਜ਼ੋਰ ਨਾਲ ਐਗਜ਼ਿਸਟ ਕਰਦੇ ਆ। ਇਹਨਾਂ ਨੂੰ ਪਤਾ ਹੈ ਕਿ ਅਗਰ ਪੰਜਾਬ ਦੇ ਵਿੱਚ ਕੋਈ ਇਹਨਾਂ ਨੂੰ ਵਿਗਾੜ ਸਕਦਾ ਹੈ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਵਿਗਾੜ ਸਕਦਾ ਦੋਨਾਂ ਪਾਰਟੀਆਂ ਨੂੰ। ਦੂਜੀ ਗੱਲ, ਤੁਸੀਂ ਜਿਹੜੀ ਗੱਲ ਕਹਿੰਦੇ ਹੋ ਵੀ ਅਸੀਂ ਜੀ ਜਿਹੜਾ ਸੰਵਿਧਾਨ ਹੈ ਉਹਨੂੰ ਬਚਾਉਣਾ ਸੀਗਾ, ਜਿਹੜਾ ਫੈਡਰਲਿਜ਼ਮ ਹੈ ਉਹਨੂੰ ਬਚਾਉਣਾ ਸੀਗਾ, ਜਿਹੜੀਆਂ ਪੰਚਾਇਤਾਂ ਸੀ ਉਹ ਤੋੜ ਕੇ ਤੁਸੀਂ ਕੀ ਕੀਤਾ ਸੀਗਾ? ਇਹਦੀ ਹੱਕ ਨਹੀਂ ਮਾਰਿਆ ਤੁਸੀਂ। ਇੱਕ ਸ਼੍ਰੋਮਣੀ ਕਮੇਟੀ ਜਿਹੜੀ ਹੈ ਇੱਕ ਢਾਂਚਾ ਹੈ ਜਿਹੜਾ ਕਿ ਇਲੈਕਟਡ ਢਾਂਚਾ ਹੈ, ਲੋਕਾਂ ਦੀ ਵੋਟਾਂ ਨਾਲ ਬਣਿਆ ਹੋਇਆ ਹੈ, ਤੇ ਉਹਨੂੰ ਵਿਗਾੜਨ ਲੱਗ ਗਏ ਕਿ ਉਹ ਲੋਕਾਂ ਦਾ ਅਧਿਕਾਰ ਨਹੀਂ ਮਾਰ ਰਹੇ ਤੁਸੀਂ। ਤੀਜੀ ਗੱਲ, ਅਗਰ ਕੇਜਰੀਵਾਲ ਨੇ ਆ ਕੇ ਸਮਝੌਤਾ ਕੀਤਾ ਇਸ ਕਰਕੇ ਨਹੀਂ ਕੀਤਾ ਕਿ ਉਹਨੇ ਕਿਹਦਾ ਭਲਾ ਕਰਨਾ ਸੀਗਾ,
ਕਿਉਂਕਿ ਸਸੋਦੀਆ ਤੋਂ ਬਾਅਦ ਉਹਦਾ ਨੰਬਰ ਲੱਗਾ ਹੋਇਆ। ਮੈਂ ਆਣਾ ਤਾਂ ਕਰਕੇ ਸਮਝੌਤਾ ਕੀਤਾ ਤੁਸੀਂ। ਰਮਨਚੰਦ ਜੀ, ਮੈਂ ਆਣਾ, ਆਈ ਐਮ ਸੌਰੀ, ਮੈਂ ਆਣਾ ਤੁਹਾਡੇ ਵੱਲ, ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਖਡਿਆਲ ਸਾਹਿਬ। ਆਪਾਂ ਇਹਨਾਂ ਤੋਂ ਜਵਾਬ ਲੈ ਲਈਏ, ਫਿਰ ਮੈਂ ਆਣਾ, ਡੈਫੀਨਿਟਲੀ ਆਣਾ ਤੁਹਾਡੇ ਵੱਲ ਜੀ। ਖਡਿਆਲ ਸਾਹਿਬ ਭਾਜਪਾ ਵੱਲੋਂ ਵੀ ਔਰ ਅਕਾਲੀ ਦਲ ਵੀ ਉਹ ਕਹਿੰਦੇ ਵੀ ਜੇ ਅਸੀਂ ਕਿਧਰੇ ਸਾਡੀ ਪ੍ਰੈਜ਼ੈਂਸ ਹੀ ਨਹੀਂ ਹੈ ਤਾਂ ਫਿਰ ਬਾਰ-ਬਾਰ ਕਿਉਂ ਸਾਡੀ ਗੱਲ ਕਰਦੇ ਆ। ਉਹ ਕਹਿੰਦੇ ਸਾਡੀ ਅਸੀਂ ਜ਼ੋਰਦਾਰ ਢੰਗ ਨਾਲ ਲੜਾਈ ਲੜਾਂਗੇ ਔਰ ਜਿੱਤਾਂਗੇ। ਜਿਹੜੀ ਚਾਹੇ ਕਾਂਗਰਸ ਆ ਚਾਹੇ ਆਪ ਆ, ਉਹਨੂੰ ਗਲਤਫਹਿਮੀ ਜਾਂ ਭੁਲੇਖਾ ਕੱਢ ਦੇਣਾ ਚਾਹੀਦਾ। ਦੇਖੋ, ਭੁਲੇਖਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਿਕਲਿਆ, ਨਾਲੇ ਕਰਨਾਟਕਾ 'ਚ, ਸੌਰੀ ਨਾਲੇ ਤਾਂ ਜਲੰਧਰ 'ਚ, ਨਾਲੇ ਸੰਗਰੂਰ 'ਚ। ਭੁਲੇਖਾ ਆਮ ਆਦਮੀ ਪਾਰਟੀ ਦੇ ਬੀਜੇਪੀ ਦਾ ਵੀ ਨਿਕਲਿਆ ਹਿਮਾਚਲ ਦੇ ਵਿੱਚ ਤੇ ਕਰਨਾਟਕਾ ਦੇ ਵਿੱਚ, ਜਿੱਥੇ ਦੋਵਾਂ ਨੂੰ ਮੁਕਤ ਕਰਤਾ। ਤੇ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਤਿਆਰੀ ਕਰ ਲੇ। ਇਹਨਾਂ ਦਾ ਜੋ ਹਸ਼ਰ ਹਿਮਾਚਲ ਤੇ ਕਰਨਾਟਕਾ ਦੇ ਵਿੱਚ ਹੋਇਆ, ਉੱਥੇ ਦੋਵਾਂ ਪਾਸੇ ਸਰਕਾਰ ਸੀਗੀ। ਦੋਵਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਕਲੀਅਰ ਕੱਟ ਐਂਡ ਮਤਲਬ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਵੱਡੇ ਖੋਖਲੇ ਦਾਅਵੇ ਸੀਗੇ ਕਿ ਅਸੀਂ ਜੀ ਇੰਨੀਆਂ ਸੀਟਾਂ ਲੈ ਕੇ ਜਾਵਾਂਗੇ ਜੀ, ਅਸੀਂ ਆਹ ਕਰ ਦਾਂਗੇ 2/3 ਮੈਜੋਰਟੀ ਜੀ, ਉਹ ਸਾਰੇ ਦਾਅਵੇ ਫੈਲ ਫਲੈਟ ਔਨ ਦਾ ਗਰਾਊਂਡ। ਤੀਜੀ ਗੱਲ ਤੁਸੀਂ ਇਹ ਦੇਖੋ, ਭੁੱਲਰ ਸਾਹਿਬ ਕਹਿੰਦੇ 24 ਦਫਾ ਇਹਨਾਂ ਨੇ ਮੇਰਾ ਜ਼ਿਕਰ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ। ਪਹਿਲੀ ਗੱਲ ਤਾਂ 24 ਹੋਣਾ ਨਹੀਂ, ਇੱਕ ਵਾਰੀ ਫੇਰ ਗਿਣਤੀ ਮਾਰ ਲੈਣ। ਦੂਜੀ ਗੱਲ, ਉਹ ਗਿਣਤੀ ਵਾਲੀ ਗੱਲ ਮੈਨੂੰ ਸਮਝ ਆਉਂਦੀ ਹੈ, ਕਦੇ 13 ਸੀਟਾਂ ਹੁੰਦੀਆਂ ਕਹਿ ਦਿੰਦੇ ਆ 14 ਜਿੱਤਾਂਗੇ, ਸੋ ਪ੍ਰੋਬਲਮ ਹੈਗੀ ਹੈ ਮੈਥ ਦੀ ਥੋੜੀ ਜੀ, ਪਰ ਕੋਈ ਗੱਲ ਨਹੀਂ। ਮੈਂ ਦੱਸਦਾ ਮੈਂ ਮੈਂਸ਼ਨ ਕਿਉਂ ਕਰਦਾ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਆਪਣਾ ਸ਼੍ਰੋਮਣੀ ਅਕਾਲੀ ਦਲ ਇਹ ਟੌਪਿਕ ਦੇ ਵਿੱਚ ਨਾ ਤੁਸੀਂ ਪੜ੍ਹੋਗੇ ਵੀ ਹੈਡਲਾਈਨ ਲਿਖਿਆ ਹੋਇਆ ਹੈ, ਕਾਂਗਰਸ ਵੀ ਲਿਖੀ ਹੈ, ਆਪ ਵੀ ਲਿਖੀ ਹੈ, ਬੀਜੇਪੀ ਵੀ ਲਿਖੀ ਹੈ, ਤੇ 2024 ਦਾ ਇਲੈਕਸ਼ਨ ਇਹ ਲਿਖਿਆ। ਜੇ ਤਾਂ ਲਿਖਿਆ ਨਾ ਹੋਵੇ ਤਾਂ ਪੁਰਾਣੀਆਂ ਡਿਬੇਟਾਂ ਵਾਂਗੂ ਜ਼ਿਕਰ ਹੀ ਨਾ ਕਰੀਏ ਤੁਹਾਡਾ, ਫਿਰ ਤੁਹਾਨੂੰ ਉਹ ਵੀ ਇਤਰਾਜ਼ ਹੋਊਗਾ ਵੀ ਸਾਡਾ ਜ਼ਿਕਰ ਹੀ ਨਹੀਂ ਕਰਦੇ, ਨਾ ਪੰਜਾਬ 'ਚ ਕੋਈ ਕਰਦਾ, ਨਾ ਡਿਬੇਟਾਂ ਤੇ ਕੋਈ ਕਰਦਾ, ਨਾ ਪੀਸੀ 'ਚ ਕੋਈ ਕਰਦਾ। ਲੇਕਿਨ ਕਿਉਂਕਿ ਹਿੱਸਾ ਹੈਗੇ ਹੋ ਟੌਪਿਕ ਦਾ, ਬੈਠੇ ਹੋ, ਤਾਂ ਤੁਹਾਨੂੰ ਐਕਸਪੋਜ਼ ਕਰਨਾ ਤਾਂ ਜ਼ਰੂਰੀ ਹੋ ਜਾਂਦਾ ਜੀ। ਕਿਉਂਕਿ ਬੀਜੇਪੀ ਦੇ ਨਾਲ ਅੱਜ ਅੰਡਰ ਦਾ ਟੇਬਲ ਅਲਾਇੰਸ ਹੈ, ਕੱਲ ਨੂੰ ਓਵਰ ਦਾ ਟੇਬਲ ਹੁੰਦਾ ਸੀਗਾ। ਸਿਰਫ ਔਰ ਸਿਰਫ ਮੌਕੇ ਦੀ ਉਡੀਕ ਹੋ ਰਹੀ ਹੈ ਸਿੱਧੂ ਸਾਹਿਬ, ਵੀ ਕਦੋਂ ਵਧੀਆ ਮੌਕਾ ਆਵੇ ਤੇ ਅਸੀਂ ਅਨਾਉਂਸ ਕਰੀਏ। ਦਿੱਕਤ ਪਤਾ ਕੀ ਹੈ ਸਿੱਧੂ ਸਾਹਿਬ, ਕਦੇ ਕਦੇ ਜਦੋਂ ਇਹ ਅਨਾਉਂਸ ਕਰਨ ਲੱਗਦੇ ਹੈ ਤੇ ਕੋਈ ਨਾ ਕੋਈ ਬੀਜੇਪੀ ਦੀ ਸਰਕਾਰ ਗਲਤੀ ਕਰ ਦਿੰਦੀ ਹੈ। ਕਦੇ ਆਰਡੀਐਫ ਦਾ ਪੈਸਾ ਰੋਕਤਾ, ਕਦੇ ਐਨਐਚਐਮ ਦਾ ਪੈਸਾ ਰੋਕਤਾ, ਕਦੇ ਬਜਟ ਨਹੀਂ ਵਧੀਆ ਦਿੱਤਾ, ਕਦੇ ਐਗਜ਼ੈਂਪਸ਼ਨ ਨਹੀਂ ਦਿੱਤੀ ਵੈਲਿਊ ਕੱਟ ਤੇ, ਕਦੇ ਇਹਨਾਂ ਨੇ ਆ ਜਦੋਂ ਫਲੱਡ ਰਿਲੀਫ ਦਾ ਮਸਲਾ ਸੀਗਾ, ਇਹਨਾਂ ਨੇ ਬਹੁਤ ਹੀ ਛੋਟਾ ਮਤਲਬ ਪੀਨਟਸ ਜਿਹਨੂੰ ਕਹਿ ਸਕਦੇ ਅੰਗਰੇਜ਼ੀ ਦੀ ਭਾਸ਼ਾ ਦੇ ਵਿੱਚ, ਛੋਟਾ ਜਿਹਾ ਪੈਕੇਜ ਦਿੱਤਾ, ਜਿੱਥੇ ਕੇਰਲਾ ਨੂੰ 600 ਕਰੋੜ ਦਾ ਐਡਵਾਂਸ ਰਿਲੀਫ ਪੈਕੇਜ ਦਿੱਤਾ ਸੀਗਾ। ਸੋ ਸ਼੍ਰੋਮਣੀ ਅਕਾਲੀ ਦਲ ਕਰਦਾ ਗੱਲ ਇੱਥੇ ਤੱਕ ਆ ਜਾਂਦੀ ਹੈ, ਉਹ ਗਲਤੀ ਕਰ ਦਿੰਦੇ, ਫੇਰ ਗੱਲ ਥੱਲੇ ਚਲੀ ਜਾਂਦੀ ਹੈ। ਸੋ ਸਿਰਫ ਔਰ ਸਿਰਫ ਸਹੀ ਮੌਕੇ ਦੀ ਉਡੀਕ ਹੋ ਰਹੀ ਹੈ। ਇਹਨਾਂ ਨੇ ਗੱਲ ਕਹੀ, ਕਹਿੰਦੇ ਕਾਂਗਰਸ ਪਾਰਟੀ ਦੇ ਵਿੱਚ ਹਾਈ ਕਮਾਂਡ ਇੰਪੋਜ਼ ਕਰਦੀ ਹੈ, ਥੋਪਦੀ ਹੈ। ਮੈਂ ਦੱਸਦਾ ਇਹਨਾਂ ਨੂੰ ਕਿ ਤੁਹਾਡਾ ਇਹ ਕਹਿਣਾ ਸਾਨੂੰ ਸਮਝ ਆਉਂਦਾ, ਕਿਉਂਕਿ ਬੰਦਾ ਜੋ ਦੇਖਦਾ ਹੈ, ਜੋ ਉਹਦੇ ਨਾਲ ਹੁੰਦਾ ਹੈ, ਉਹੀ ਚੀਜ਼ ਬੰਦੇ ਨੂੰ ਲੱਗਦੀ ਹੈ ਕਿ ਸਾਰੇ ਦੇ ਨਾਲ ਹੋ ਰਹੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਦਾ ਕਲਚਰ ਹੈ, ਇਹ ਲੀਡਰਸ਼ਿਪ ਇਹਨਾਂ ਦੀ ਵਰਕਰਾਂ ਤੇ ਲੀਡਰਾਂ ਤੇ ਬਗੈਰ ਪੁੱਛੇ ਥੋਪਦੀ ਹੈ, ਇੰਪੋਜ਼ ਕਰਦੀ ਹੈ। ਲੇਕਿਨ ਸਾਡੀ ਪਾਰਟੀ ਇੱਕ ਡੈਮੋਕ੍ਰੈਟਿਕ ਸੈਟਅਪ ਹੈ। ਕਿਸੇ ਵੀ ਸਟੇਟ ਦੇ ਮਤਲਬ ਕੋਈ ਵੀ ਫੈਸਲਾ ਲੈਣਾ, ਸਾਡੀ ਹਾਈ ਕਮਾਂਡ ਕਾਨਫੀਡੈਂਸ ਲੈ ਕੇ ਡਿਸਕਸ਼ਨ ਕਰਕੇ ਫੇਰ ਫੈਸਲਾ ਲੈਂਦੀ ਹੈ। ਦੂਜੀ ਗੱਲ ਸਿੱਧੂ ਸਾਹਿਬ, ਜੇ ਗੱਲ ਨਾ ਸੱਚ ਹੁੰਦੀ ਤਾਂ ਭੁੱਲਰ ਸਾਹਿਬ ਜਿਹੜਾ ਤੁਸੀਂ ਅਲਾਇੰਸ ਕਹਿ ਕੇ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਕਰਦੇ ਰਹਿੰਦੇ ਹੋ, ਇਹ ਚੀਜ਼ ਅੱਜ ਹੁੰਦੀ। ਲੇਕਿਨ ਸਾਡਾ ਬਿਆਨ ਬੜਾ ਸਪਸ਼ਟ ਹੈ, 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਤਿਆਰੀ ਕਰ ਰਹੀ ਹੈ ਤੇ ਠੋਕ ਵਜਾ ਕੇ ਲੜਾਂਗੇ ਤੇ ਠੋਕ ਵਜਾ ਕੇ ਸੀਟਾਂ ਜਿੱਤਾਂਗੇ। ਜਿੱਥੋਂ ਤੱਕ ਗੱਲ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਮੈਨੂੰ ਨਹੀਂ ਪਤਾ ਕਿ ਆਪਣਾ ਇਹਨਾਂ ਨੂੰ ਸਿਸਟਮ ਨਹੀਂ ਪਤਾ ਨੈਸ਼ਨਲ ਪਾਰਟੀ ਦਾ ਕੀ ਹੁੰਦਾ ਹੈ, ਕਿਉਂਕਿ ਨੈਸ਼ਨਲ ਪਾਰਟੀ ਦੇ ਵਿੱਚ ਸਿੱਧੂ ਸਾਹਿਬ ਸਟੇਟ ਯੂਨਿਟਸ ਹੁੰਦੇ, ਹਾਈ ਕਮਾਂਡ ਹੁੰਦੀ ਹੈ, ਦੋਵੇਂ ਰਲ ਕੇ ਫੈਸਲਾ ਲੈਂਦੇ ਆ। ਲੇਕਿਨ ਤੁਹਾਡੀ ਤਾਂ ਰੀਜਨਲ ਪਾਰਟੀ ਹੈ, ਰੀਜਨਲ ਪਾਰਟੀ ਵੀ 2.5 ਐਮਐਲਏ ਵਾਲੀ ਰਹੇਗੀ, ਤੇ ਉਹਦੇ ਬਾਵਜੂਦ ਵੀ ਜਿਹੜੇ ਇਹਨਾਂ ਦੇ ਇੱਕ ਸੈਕਿੰਡ ਜੀ, ਜਿਹੜੇ ਇਹਨਾਂ ਦੇ ਲਿਮਿਟਡ ਐਮਐਲਏਜ਼ ਹੈ ਨਾ, ਉਹਨਾਂ ਦੀ ਲੀਡਰਸ਼ਿਪ ਨਾਲ ਨਹੀਂ ਬਣਦੀ। ਜਿਹੜੇ ਕੈਂਡੀਡੇਟ ਹੈ ਪਹਿਲਾਂ ਰਹੇ ਹੈ, ਜਿਨ੍ਹਾਂ ਨੇ ਕੰਟੈਸਟ ਕੀਤਾ, ਉਹਨਾਂ ਦੀ ਲੀਡਰਸ਼ਿਪ ਦੇ ਨਾਲ ਨਹੀਂ ਬਣਦੀ। ਤਾਂ ਕਰਕੇ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਰੁਖ ਕਰਨਾ ਪੈਂਦਾ ਵੀ ਸਾਨੂੰ ਆਓ, ਸਾਡੀ ਮਦਦ ਕਰੋ, ਸਾਨੂੰ 2.5 ਤੋਂ 4 ਕਰ ਦਿਓ, 5 ਕਰ ਦਿਓ 2027 ਤੱਕ। ਲਾਸਟ ਚੀਜ਼ ਡਬਲ ਇੰਜਨ ਬੀਜੇਪੀ ਦਾ ਰਾਮੂਵਾਲੀਆ ਸਾਹਿਬ ਹੁਣ ਟਰਬਲ ਇੰਜਨ ਬਣ ਗਿਆ। ਟਰਬਲ ਇੰਜਨ ਜਿੱਥੇ ਮੈਂ ਕਹਿੰਦਾ ਹੈ ਕਿ ਜਿਹੜਾ ਬੀਜੇਪੀ ਦੇ ਨਾਲ ਅਲਾਇੰਸ ਕਰਦਾ ਸਿੱਧੂ ਸਾਹਿਬ, that party is bound to be doomed। ਮੈਂ ਦੱਸਦਾ ਉਦਾਹਰਨ ਦੇ ਲਾਸਟ ਪੁਆਇੰਟ ਹੈ ਇਹਨਾਂ ਦਾ। ਇਹ ਕਹਿੰਦੇ ਆਊਟ ਆਫ ਫੀਅਰ ਨਾ, ਕਹਿੰਦੇ ਆਊਟ ਆਫ ਫੀਅਰ, ਡਰ ਕਰਕੇ ਅਲਾਇੰਸ ਕਰ ਲਿਆ ਜੀ ਇੰਡੀਆ ਅਲਾਇੰਸ ਨੇ। ਮੈਂ ਦੱਸਦਾ ਤੁਹਾਡਾ 38+ ਪੋਲੀਟੀਕਲ ਪਾਰਟੀਆਂ ਦਾ ਅਲਾਇੰਸ ਹੈ ਜੀ, 38+।
ਡਰ ਹੈ ਨਾ ਕਾਂਗਰਸ Okay, ਪਾਰਟੀ ਦਾ, okay. ਡਰ ਹੈ ਨਾ ਸਾਡੇ Thank you, ਲੋਕਤੰਤਰ ਦਾ, ਸਾਡੇ ਲੋਕਾਂ ਦਾ। ਮਿਹਰਬਾਨੀ, ਤੇ ਮਿਹਰਬਾਨੀ। ਇੱਕ ਮਿੰਟ ਇਹਨਾਂ ਮੈਨੂੰ ਇੱਕ ਗੱਲ ਦੱਸ ਦਿਓ, ਇੱਕ ਸਵਾਲ ਹੈ ਰਾਮੂ ਵਾਲੇ ਸਾਹਿਬ ਲਈ। ਪੁਲਿਸ ਸਾਹਿਬ, ਰਾਮੂ ਵਾਲੇ proper ਜੀ ਇੰਨੀ time ਗੱਲ ਦਿਆ ਦੱਸ ਕਰੋ। ਦਿਓ, ਰਾਮੂ ਵਾਲੇ Thank you ਸਾਹਿਬ very ਇੰਨੀ much, ਗੱਲ thank ਦੱਸ you ਦੇਣ, ਜਿੰਨੇ 38 ਪਾਰਟੀਆਂ ਹੈ ਇਲੈਕਸ਼ਨ Okay, ਕਮਿਸ਼ਨ okay. ਆਫ ਇੰਡੀਆ ਦੇ ਨਾਲ ਕਿੰਨੇ ਰਜਿਸਟਰਡ ਹੈ ਥੈਂਕ ਯੂ ਵੈਰੀ ਤੇ ਮਚ। ਕਿੰਨੇ ਕੋਲੇ ਇੱਕ ਪੁਲਿਸ ਸਾਹਿਬ MP ਹੈ। ਆਣਾ ਤੁਹਾਡੇ ਵੱਲ। ਇੱਕ ਮਿੰਟ ਬਸ ਮੈਨੂੰ ਜਵਾਬ ਦੇ ਦਿਓ ਥੋੜਾ ਜਿਹਾ ਜੀ। ਪੁਲਿਸ ਸਾਹਿਬ ਗੱਲ ਲੰਬੀ ਹੋ ਜਾਂਦੀ ਆ, ਆਪਾਂ ਮੈਂ ਡੈਫੀਨਿਟਲੀ ਤੁਹਾਡੇ ਵੱਲ ਆਉਣਾ। ਕਾਫੀ ਨਹੀਂ ਦੇਰ ਕਾਫੀ ਲੰਬੀ ਗੱਲ ਕੀਤੀ ਹੈ, ਮੈਨੂੰ ਉਹਦਾ ਜਵਾਬ ਦੇ ਲੈਣਾ ਮਾੜਾ ਜਿਹਾ। ਮੈਂ ਜੀ ਹਾਂਜੀ। ਕਾਫੀ ਦੇਰ ਸਿੱਧੂ ਬਾਅਦ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਖੜਿਆਲ ਸਾਹਿਬ ਕਹਿੰਦੇ ਕਿ ਗਿਣਤੀ ਕਰ ਲਓ। ਮੈਂ ਆ ਗਿਣਤੀ ਕਾਊਂਟ ਕੀਤੀ ਹੈ। ਆਪ ਮਾੜੀ ਜੇ ਜਿਹੜੇ 2 ਮਿੰਟ ਬੋਲੇ ਨੇ ਜਾਂ 3 ਮਿੰਟ ਬੋਲੇ ਨੇ, 9 ਵਾਰ ਸ਼੍ਰੋਮਣੀ ਅਕਾਲੀ ਦਲ ਫਿਰ ਜਿਹੜਾ ਨਾਂ ਲਿਆ ਗਿਆ। ਚਲੋ। ਦੂਜੀ ਗੱਲ, ਰਮਨ ਚਾਂਦੀ ਜੀ ਸੁਖਬੀਰ ਬਾਦਲ ਸਾਹਿਬ ਪ੍ਰਧਾਨ ਰਹਿਣ ਨਹੀਂ ਰਹਿਣ ਉਹਦਾ ਫਿਕਰ ਛੱਡੋ। ਤੁਸੀਂ ਤੇ ਆਪਣੀ ਪਾਰਟੀ ਦੇ ਪ੍ਰਧਾਨ ਦਾ ਫਿਕਰ ਕਰੋ ਵੀ ਕੌਣ ਹੈ ਕੌਣ ਨਹੀਂ। ਤੁਹਾਨੂੰ ਤੇ ਪਤਾ ਵੀ ਨਹੀਂ ਹੋਣਾ ਕਿਹੜਾ ਪ੍ਰਧਾਨ ਹੈ ਕਿਹੜਾ ਨਹੀਂ, ਕਿਤੇ ਕੋਈ ਨਜ਼ਰ ਹੀ ਨਹੀਂ ਆਉਂਦਾ ਕਦੀ। ਚਲੋ ਹੁਣ ਗੱਲ ਆ ਗਈ ਠੀਕ ਹੈ। ਪੁਲਿਸ ਸਾਹਿਬ, ਜਵਾਬ ਲੈ ਲਈਏ। ਜਵਾਬ ਵੀ ਲੈ ਕੌਣ ਲਈਏ। ਪ੍ਰਧਾਨ ਹੈ, ਕਿੱਥੇ ਹੈ, ਕਦੀ ਉਹ ਕਦੀ ਰੈਲੀ 'ਚ ਨਜ਼ਰ ਨਹੀਂ ਆਇਆ, ਕਿ ਸਟੇਜ ਤੇ ਨਜ਼ਰ ਨਹੀਂ ਆਇਆ, ਕਿ ਸਟੇਟ you ਪ੍ਰੋਗਰਾਮ 'ਚ very ਨਜ਼ਰ ਨਹੀਂ much. ਆਉਂਦਾ। Thank you, ਬੋਲੋ ਤੁਸੀਂ ਸਾਹਿਬ। ਆਪਣੀ ਪਾਰਟੀ ਦਾ ਫਿਕਰ ਕਰੋ। ਮੈਂ ਬਾਰ-ਬਾਰ ਇਹੀ ਕਹਿੰਦਾ ਕਿ ਆਪਣੇ ਘਰ ਦਾ ਫਿਕਰ ਕਰੋ। ਤੁਹਾਡੇ ਘਰਾਂ 'ਚ ਅੱਗ ਆਪਾਂ ਲੱਗੀ ਹੋਈ ਉਹਨਾਂ ਨੂੰ ਪੁੱਛ ਲੈਂਦੇ ਹੈ, ਹਾਂ, ਉਹਨਾਂ ਨੂੰ ਔਰ ਪੁੱਛ ਜਿਹੜਾ ਲੈਂਦੇ ਤੁਸੀਂ ਆਪਸ ਜਿਹੜਾ ਡਰਾਮਾ ਕਰ ਰਹੇ ਹੋ, ਸਮਝੌਤਾ ਤੁਹਾਡਾ ਹੋ ਚੁੱਕਿਆ। okay. ਹਰਪਾਲ ਚੀਮਾ ਓਪਨਲੀ ਕਹਿ ਚੁੱਕੇ, ਬਿੱਟੂ ਵਰਗੇ ਚੀਕਾ ਮਾਰਦੇ ਸਾਹਿਬ ਫਿਰਦੇ ਆ, ਉਹਦੇ ਹਾਂਜੀ, ਵਰਗੇ ਚੀਕਾ ਪੁਲਿਸ ਮਾਰਦੇ ਸਾਹਿਬ ਫਿਰਦੇ ਆ, ਹਾਂਜੀ। ਉਹ ਸਿੱਧੂ ਚੀਕਾ ਮਾਰਦਾ ਫਿਰਦਾ ਜਿਹੜਾ Thank ਇਲੈਕਸ਼ਨ you very much, thank you. ਖੜਿਆਲ ਸਾਹਿਬ ਨੇ ਇਲੈਕਸ਼ਨ ਲੜਨੀ ਹੀ ਨਹੀਂ। ਰਮਨ ਚਾਂਦੀ ਇਸ ਕਰਕੇ ਉਹਨੂੰ ਫਰਕ ਪੈਣਾ ਨਹੀਂ। ਜਿਹਨਾਂ ਨੇ ਇਲੈਕਸ਼ਨ ਲੜਨੀ ਹੈ ਉਹਨਾਂ ਸਮਝੌਤਾ ਕੀਤਾ ਹੋਇਆ ਪਹਿਲੇ। ਓਕੇ ਰਮਨ ਚਾਂਦੀ ਜੀ ਦਿਓਗੇ ਜਵਾਬ। ਉਹ ਕਹਿੰਦੇ ਵੀ ਕੀ ਕਾਂਗਰਸ ਤੇ ਆਪ ਜਿਹੜਾ ਹੈਗਾ ਸਮਝੌਤਾ ਹੋ ਚੁੱਕਾ ਹੈ, ਡਰਾਮੇ ਵਾਲੀ ਉਹਦਾ ਹਰਪਾਲ ਉਹਨਾਂ ਨੇ ਕਹਿਤਾ ਪਹਿਲਾਂ ਹੀ। ਜੀ ਦੂਜੀ ਗੱਲ ਉਹ ਕਹਿੰਦੇ ਤੁਸੀਂ ਆਪਦੀ ਪਾਰਟੀ ਦਾ ਫਿਕਰ ਕਰੋ, ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਫਿਕਰ ਨਾ ਕਰੋ। ਤੇ ਆਪਣੇ ਭਾਜਪਾ- ਪ੍ਰਧਾਨ ਬਾਰੇ ਦੱਸਣ ਕਿੱਥੇ ਆ ਉਹ? ਜੀ ਆਪਾਂ ਜਵਾਬ ਲੈ ਲਈਏ। ਭਾਜਪਾ ਦਾ ਕਹਿਣਾ ਹੈ ਕਿ ਕੇਜਰੀਵਾਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਪੰਜਾਬ ਤੇ ਦੇਸ਼ ਦਾ ਸੱਤਿਆਨਾਸ਼ ਕਰਨ ਲਈ ਆਪ ਜ਼ਿੰਮੇਵਾਰ ਹੈ। ਦੇਖੋ ਸਿੱਧੂ ਸਾਹਿਬ, ਜਦੋਂ ਰਾਜਨੀਤੀ ਦੇ 4 ਸ਼ਬਦ ਆ ਜਾਂਦੇ ਨੇ ਨਾ, ਪਿੱਛੇ ਇਮਾਨਦਾਰੀ ਨਹੀਂ। ਜਦੋਂ ਅਜਿਹੀਆਂ ਪਾਰਟੀਆਂ ਜਿਹੜੀਆਂ ਕਈ ਜੀ। ਸਾਲਾਂ ਤੋਂ ਇਸ ਦੇਸ਼ ਤੇ ਚਾਹੇ ਸਾਡੇ ਸੂਬਿਆਂ ਤੇ ਉਹ ਰਾਜ ਕਰ ਰਹੀਆਂ ਹੁੰਦੀਆਂ ਨੇ, ਤਾਂ ਇਮਾਨਦਾਰ ਵਿਅਕਤੀ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ। ਉਸ ਕਰਕੇ ਅੱਜ ਆਮ ਤਾਂ ਹੀ ਤਿਹਾੜ ਜੇਲ੍ਹ 'ਚ ਨੇ ਨਾ, ਇਮਾਨਦਾਰ ਵਿਅਕਤੀ ਤਿਹਾੜ ਜੇਲ੍ਹ 'ਚ ਬੈਠੇ ਨੇ। ਪਤਾ ਨੰਬਰ 2 ਤੇ ਜਿਹੜੀ ਗੱਲ ਚਾਂਦੀ ਜੀ ਤਾਂ ਹੀ ਤਿਹਾੜ ਜੇਲ੍ਹ 'ਚ ਬੈਠੇ ਨੇ ਇਮਾਨਦਾਰ ਵਿਅਕਤੀ ਤੁਹਾਡੇ। ਸ਼ਾਇਦ ਇਹਨਾਂ ਨੂੰ ਉਹ ਅੱਖਾਂ ਨਹੀਂ, ਉਹ ਅੱਖਾਂ ਨਾਲ ਨਹੀਂ ਦੇਖ ਰਹੇ, ਕਿਉਂਕਿ ਤਕਬਰ ਦੀ ਜਿਸ ਤਰ੍ਹਾਂ ਸਾਡੀਆਂ ਪਾਰਟੀਆਂ ਦੇ ਪ੍ਰਧਾਨ ਪੂਰੀ ਲਹਿਰ ਦੇ ਵਿੱਚ ਆਉਂਦੇ ਨੇ, ਪੂਰੀ ਜਾਹੂ ਜਲਾਲ ਦੇ ਵਿੱਚ ਆਉਂਦੇ ਨੇ, ਸ਼ਾਇਦ ਆਮ ਆਦਮੀ ਪਾਰਟੀ ਦੇ ਉਸ ਤਰ੍ਹਾਂ ਦੇ ਪ੍ਰਧਾਨ ਹੋਣਗੇ। ਸਾਡੇ ਪ੍ਰਧਾਨ ਸਾਹਿਬ ਚਾਹੇ ਉਹ ਐਕਟਿੰਗ ਪ੍ਰਧਾਨ ਨੇ, ਚਾਹੇ ਸਾਡੇ ਮੌਜੂਦਾ ਪੰਜਾਬ ਦੇ ਸੀਐਮ ਸਾਹਿਬ ਪ੍ਰਧਾਨ ਨੇ, ਉਹ ਸਿਰਫ ਗਰਾਊਂਡ ਲੈਵਲ ਤੇ ਲੋਕਾਂ ਨਾਲ ਜੁੜੇ ਹੋਏ ਪ੍ਰਧਾਨ ਨੇ। ਲੋਕਾਂ ਨਾਲ ਗਿੱਟਿਆਂ ਤੱਕ ਪਜਾਮਾ ਗਿੱਲਾ ਕਰਕੇ ਬਸ। ਤੁਹਾਡੀਆਂ ਉਸ ਤਰ੍ਹਾਂ ਦੀਆਂ ਭਾਈ ਸਾਹਿਬ ਬਿਜਲੀ ਦੇ ਖੰਭਿਆਂ ਤੇ ਨਜ਼ਰ ਆਉਂਦੇ ਤੁਹਾਡੇ ਮੁੱਖ ਮੰਤਰੀ ਸਾਹਿਬ, ਸਿਰਫ ਲੋਕਾਂ 'ਚ ਨਜ਼ਰ ਨਹੀਂ ਆਉਂਦੇ, ਬਿਜਲੀ ਦੇ ਖੰਭਿਆਂ ਤੇ ਨਜ਼ਰ ਆਉਂਦੇ ਆ ਬਸ। ਕੋਈ ਵਿਅਕਤੀ ਕੰਮ ਕਰਾਉਂਦਾ ਬਿਜਲੀ ਦੇ ਖੰਭਿਆਂ ਤੇ ਨਜ਼ਰ ਆਉਂਦੇ ਵੋਟਾਂ ਦੇ ਉੱਤੇ ਬਸ। ਤੁਹਾਡੇ ਮੁੱਖ ਮੰਤਰੀ ਸਾਹਿਬ ਲੋਕਾਂ 'ਚ ਨਜ਼ਰ ਨਹੀਂ ਆਉਂਦੇ। ਲੋਕ ਸਵਾਲ ਕਰਦੇ ਉਹਨਾਂ ਨੂੰ, ਜੋ ਲੋਕਾਂ ਦੇ ਕੋਲ ਆਉਂਦੇ ਆ ਜਵਾਬ ਨਹੀਂ ਆਉਂਦਾ ਉਹਨਾਂ ਨੂੰ। ਗਿੱਟਾ ਤੱਕ ਪਜਾਮਾ ਗਿੱਲਾ ਕਰਕੇ ਤੇ ਕੋਈ ਮੁੱਖ ਮੰਤਰੀ ਇਹ ਨਹੀਂ ਵੀ ਉਹਨੇ ਕੰਮ ਕਰਤਾ, ਕੋਈ ਬਹੁਤ ਵੱਡੀ ਕਰਤਾ ਕੰਮ। ਸਿਰਫ ਔਰ ਸਿਰਫ ਸ਼ਹਿਰਾਂ ਦੇ ਬਿਜਲੀ ਦੇ ਖੰਭਿਆਂ ਤੇ, ਕੰਨਾਂ ਦੇ ਉੱਤੇ ਇਸ਼ਤਿਹਾਰਾਂ 'ਚ ਨਜ਼ਰ ਆਉਂਦੇ ਮੁੱਖ ਮੰਤਰੀ ਸਾਹਿਬ। ਲੋਕਾਂ 'ਚ ਨਜ਼ਰ ਨਹੀਂ ਆਉਂਦੇ ਕਿਤੇ ਵੀ। ਜਿੱਦਾਂ ਲੋਕਾਂ 'ਚ ਨਜ਼ਰ ਆਉਣਗੇ ਲੋਕ ਸਵਾਲ ਕਰਨਗੇ, ਔਰ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਹੈ ਨਹੀਂ। ਜੋ ਮਰਜ਼ੀ ਕਰ ਲਓ, ਇਹ ਬਦਲਾਅ ਹੈ ਤੁਹਾਡਾ। 1500 ਕਰੋੜ ਰੁਪਇਆ ਤੁਸੀਂ ਖਰਚ ਕਰਤਾ, ਆਹ ਬਦਲਾਅ ਤੁਹਾਡਾ ਐਡਵਰਟਾਈਜ਼ਮੈਂਟ ਦੇ ਉੱਤੇ। 50,000 ਕਰੋੜ ਰੁਪਏ ਦਾ ਕਰਜ਼ਾ ਚੜ੍ਹਦਾ ਪੰਜਾਬ ਤੇ 1.5 ਸਾਲ ਦੇ ਵਿੱਚ, ਆਹ ਬਦਲਾਅ ਹੈ। ਹਰਮੰਦਰ ਸਾਹਿਬ ਦੇ ਬਾਹਰ ਲੱਗੀਆਂ ਐਲਈਡੀ ਦੇ ਉੱਤੇ ਭਗਵੰਤ ਮਾਨ ਦੀਆਂ ਫੋਟੋ ਲਾਤੀਆਂ ਤੁਸੀਂ ਗੁਰਬਾਣੀ ਲਾ ਕੇ, ਆਹ ਬਦਲਾਅ ਹੈ। ਇਹ ਬਦਲਾਅ ਲੈ ਕੇ ਆਂਦਾ ਤੁਸੀਂ। ਅੱਜ ਰੋਜ਼ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ, ਨਸ਼ਾ ਸਭ ਤੋਂ ਵੱਧ ਕਰਤਾ। ਇਹ ਕੇਸਾਂ ਵੀ ਸ਼ਰੇਆਮ ਨਸ਼ਾ ਵੇਚ ਰਿਹਾ, ਤੁਹਾਡੀ ਕਾਰਵਾਈ ਨਹੀਂ ਹੁੰਦੀ ਉਹਦੇ ਖਿਲਾਫ, ਆਹ ਬਦਲਾਅ ਹੈ। ਪੁਲਿਸ ਸਾਹਿਬ ਫਿਰ ਬਾਕੀ ਮਹਿਮਾਨਾਂ ਨੇ ਸਮਾਂ ਲੈਣਾ। ਅੱਜ ਤਾਂ ਨਸ਼ਾ ਵੇਚਣ ਲੱਗੇ ਹੋ, ਅੱਜ ਤਾਂ ਨਸ਼ਾ ਵਪਾਰੀ ਹੋ ਗਏ ਤੁਸੀਂ ਲੋਕ। ਥੈਂਕ ਯੂ। ਐਸਐਸਪੀ ਸ਼ਰੇਆਮ ਨਸ਼ਾ ਵੇਚ ਰਿਹਾ, ਉਹਦੇ ਖਿਲਾਫ ਤੁਸੀਂ ਕਾਰਵਾਈ ਨਹੀਂ ਕਰ ਗੱਲ ਆ ਸਕਦੇ। ਗਈ, ਵਿਊ ਬਣਾ ਗਿਆ। ਬਾਕੀ ਮਹਿਮਾਨ ਵੀ ਫਿਰ ਇਦਾਂ ਹੀ ਸਮਾਂ ਨਿਕਲ ਜਿੰਨੀ ਜਾਏਗਾ। ਕੈਜੁਅਲਟੀ ਹੋ ਰਹੀ ਹੈ ਉਹ ਸਾਰੀ ਕੁਝ ਤੁਹਾਡੀ ਦੇਣ ਹੈ ਜਨਾਬ, ਅੱਜ ਤੁਹਾਡੀ ਦੇਣ ਹੈ, ਅੱਜ ਤੁਹਾਡੀ ਦੇਣ ਹੈ। ਤੁਹਾਡੇ ਰਾਜ ਦੇ ਵਿੱਚ ਪੁਲਿਸ ਵਾਲੇ ਨਸ਼ਾ ਵੇਚ ਰਹੇ ਆ, ਪੁਲਿਸ ਵਾਲੇ ਨਸ਼ਾ ਫੜਿਆ ਜਾਂਦਾ ਹੈ ਤੇ ਤੁਸੀਂ ਕੀ ਕਾਰਵਾਈ ਕੀਤੀ? ਇੱਕ ਐਸਐਸਪੀ ਸ਼ਰੇਆਮ ਕੀ ਕਾਰਵਾਈ ਕੀਤੀ ਉਹਦੇ ਖਿਲਾਫ? ਆਹ ਬਦਲਾਅ ਹੈ। ਰਾਮੂਵਾਲੀਆ ਜੀ ਤੋਂ, ਰਾਮੂਵਾਲੀਆ ਜੀ ਤੋਂ ਥੈਂਕ ਯੂ ਵੈਰੀ ਮਚ। ਬੀਬਾ ਰਾਮੂਵਾਲੀਆ ਜੀ, ਲਾਸਟ ਕਮੈਂਟ ਇਸ ਬਹਿਸ ਦਾ ਤੁਹਾਡੇ ਵੱਲੋਂ ਜੀ। ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ। ਪਹਿਲਾਂ ਤਾਂ ਮੈਂ ਕਾਂਗਰਸ ਦੇ ਪ੍ਰਵਕਤਾ ਨੂੰ ਜਵਾਬ ਦੇਦਾ ਸੰਖੇਪ ਤੇ ਰੱਖਿਓ। ਸੀਐਮ ਨੇ 218 ਕਰੋੜ ਇਨੀਸ਼ੀਅਲ ਮਨੀ ਮਿਲੀ ਤੇ ਸੀਐਮ ਨੇ ਕਹਤਾ ਮੈਨੂੰ ਪੈਸੇ ਨਹੀਂ ਚਾਹੀਦੇ ਕੇਂਦਰ ਦੇ, ਤਾਂ ਅੱਗੇ ਮੰਗੇ ਨਹੀਂ ਹੈ। ਨਹੀਂ ਕੋਈ ਨਾ, ਤੁਸੀਂ ਸੁਣ ਲਓ। ਪਹਿਲੇ
ਪਹਿਲਾਂ ਆਪਦੀ ਉਲਝਣ ਠੀਕ ਕਰ ਲਓ ਕਿ ਤੁਸੀਂ ਰਮਨ ਚੰਦ ਜੀ ਬੋਲ ਲੈਣ ਤਾਂ ਬੋਲ ਲੈ ਤੁਸੀਂ ਪਹਿਲਾਂ ਆਪਦੀ ਉਲਝਣ ਠੀਕ ਕਰ ਲਓ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਲਿਖੀਆਂ ਨੇ ਬੰਦ ਕਰਾਓ ਬਾਈ ਮੈਂ ਨਹੀਂ ਬੋਲਣਾ ਰਮਨ ਜੀ ਇੱਕੋ ਹੀ ਸੈਕਿੰਡ ਰਮੂ ਵਾਲੀ ਜੀ 2 ਲਾਈਨਾਂ ਫਿਰ ਆਪਣੇ ਕੋਲ ਸਮਝ ਨਹੀਂ ਰਹਿਣਾ। ਮੈਂ ਸਮਝਦੀ ਹਾਂ ਕਿ ਸੀਐਮ ਤੇ ਆਮ ਆਦਮੀ ਪਾਰਟੀ ਫਲॉप ਹੋ ਗਏ ਆ, ਜਿਵੇਂ ਲਾ ਐਂਡ ਆਰਡਰ ਔਰ ਗੁੰਡਾਗਰਦੀ, ਘਰੇ ਜਾ ਕੇ ਲੋਕਾਂ ਦੇ ਕਤਲ ਹੋਣੇ, ਲੋਕ ਸੇਫ ਨਹੀਂ ਮੰਨਦੇ। ਮੈਂ ਸਮਝਦੀ ਹਾਂ ਕਿ ਜਿਹੜੇ ਪੰਜਾਬੀ ਆ ਉਹ ਰਿਐਕਸ਼ਨ ਕਰਦੇ ਆ, ਅਸੀਂ ਰਿਐਕਸ਼ਨ ਕਰ ਰਹੇ ਚੁੱਕੇ। ਜਦੋਂ ਸਾਰੇ ਦੇਸ਼ 'ਚ ਆਮ ਆਦਮੀ ਪਾਰਟੀ ਹਾਰ ਗਈ ਤੇ ਪੰਜਾਬੀਆਂ ਨੇ ਜਿਤਾ ਦੀ, ਅਗਲੀ ਵਾਰ ਇਹ ਰਿਐਕਸ਼ਨ ਨਹੀਂ ਹੋਣਾ। ਓਕੇ ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਥੈਂਕ ਯੂ ਮੈਂ ਪੰਜਾਬ ਦੇ ਖੜਿਆਲ ਸਾਹਿਬ 2 ਲਾਈਨਾਂ ਦਾ ਕਮੈਂਟ ਬਿਲਕੁਲ ਲਾਸਟ ਕਮੈਂਟ। ਇਹੀ ਗੱਲ ਕਹੂੰਗਾ ਜੀ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕ੍ਰਿਸ਼ੀ ਕਾਨੂੰਨ ਦੇ ਹੱਕ ਦੇ ਵਿੱਚ ਵੀਡੀਓਜ਼ ਬਣਾਈਆਂ, ਉਹ ਨਾ ਦੇਸ਼ ਭੁੱਲਿਆ ਨਾ ਪੰਜਾਬ ਭੁੱਲਿਆ। ਬੜਾ ਮੈਂ ਤਾਂ ਦੇਖੋ ਕੰਮ ਰਿਹਾ ਜੀ, ਮੈਂ ਕੰਮ ਰਿਹਾ ਢਾਈ ਐਮਐਲਏ ਤੋਂ। ਸੁਣ ਲੈਣਾ ਜੀ ਹੁਣ, ਸੁਣ ਲੈਣਾ ਜੀ, ਇੰਟਰਪਟ ਕਰ ਰਹੇ ਹਾਂ। ਦੇਖੋ ਮੈਂ ਕੰਮ ਰਿਹਾ, ਡਰ ਰਿਹਾ, ਘਬਰਾ ਰਹੇ ਹਾਂ ਅਸੀਂ। ਸੁਣ ਲਓ, ਅਸੀਂ ਇਹ ਗੱਲ ਕਰ ਰਹੇ ਹਾਂ, ਅਗਲੀਆਂ 5 ਡਿਬੇਟਾਂ ਦੇ ਵਿੱਚ ਇੰਟਰਪਟ ਕਰਨਾ ਪੈਣਾ ਹੈ। ਅਗਲੀਆਂ 5 ਡਿਬੇਟਾਂ 'ਚ ਇੰਟਰਪਟ ਕਰੂੰਗਾ ਮੈਂ ਲਗਾਤਾਰ 5 ਵਾਰੀ ਇੰਟਰਪਟ ਕਰੂੰਗਾ। ਜ਼ਰਾ ਇਹਨਾਂ ਨੂੰ ਸ਼ਾਂਤ ਕਰਿਓ, ਜ਼ਰਾ ਸ਼ਾਂਤ ਕਰਿਓ ਇਹਨਾਂ ਨੂੰ, ਜ਼ਰਾ ਸ਼ਾਂਤ ਕਰਿਓ, ਘਬਰਾ ਗਏ ਨੇ। ਸੁਣ ਲਓ ਹੁਣ ਬੀਜੇਪੀ ਦੇ ਹੱਕ ਦੇ ਵਿੱਚ ਸੁਣ ਲਈਏ ਫਿਰ ਬਹਿਸ। ਮੈਂ ਇਹ ਗੱਲ ਕਹਿ ਰਿਹਾ ਕਿ ਜਦੋਂ ਇਹ ਅਲਾਈਅੰਸ ਬਾਰੇ ਸੋਚਦੇ ਆ ਨਾ, ਇੱਕ ਗੱਲ ਯਾਦ ਕਰ ਲਿਆ ਕਰਨ ਕਿ 700 ਕਿਸਾਨ ਸ਼ਹੀਦ ਹੋਇਆ ਸੀਗਾ, ਮਾਵਾਂ ਦੇ ਪੁੱਤ ਰੋਲੇ ਸੀਗੇ ਤੇ ਸਾਡਾ 1 ਸਾਲ ਖਰਾਬ ਹੋਇਆ ਸੀ, ਜਿਹਦੇ ਹੱਕ ਦੇ ਵਿੱਚ ਤੁਹਾਡੇ ਸੁਖਬੀਰ ਬਾਦਲ ਸਾਹਿਬ ਨੇ ਵੀਡੀਓ ਅਸੀਂ ਉਹ ਵੀ ਬਾਦਲ ਜੀ ਨੇ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਯੂ ਟਰਨ ਮਾਰਿਆ ਤੁਸੀਂ। ਦੂਜੀ ਗੱਲ ਇਹ ਹੈ ਗੋਲੀकांड ਤੇ ਤੁਹਾਡੇ ਲੀਡਰ ਚਲਾਨ ਹੋ ਗਏ ਹੈ, ਗੋਲੀकांड ਦੇ ਵਿੱਚ ਇਹਨਾਂ ਦੇ ਲੀਡਰ ਚਲਾਨ ਹੋ ਗਏ ਹੈ। ਬੀਜੇਪੀ ਦੇ ਨਾਲ ਇਹਨਾਂ ਨੇ ਅਲਾਈਅੰਸ ਕੀਤਾ, ਜਿਨ੍ਹਾਂ ਦੇ ਅਡਵਾਨੀ ਸਾਹਿਬ ਨੇ ਕਿਹਾ 1984 ਲਈ ਮਜਬੂਰ ਕੀਤਾ। ਸੋ ਇਹ ਕਿਹੜੀ ਗੱਲ ਕਰਨਗੇ, ਕਿਹੜੀ ਗੱਲ ਕਹਿਣਗੇ? ਲੋਕਾਂ ਨੂੰ ਪਤਾ ਹੈ ਕਿ ਇਹਨਾਂ ਦੇ ਦੌਰੇ ਮਾਪਦੰਡ ਤੇ ਡਬਲ ਸਟੈਂਡਰਡ ਹੈ, ਜਿਨ੍ਹਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋ ਗਈਆਂ, ਜਿਨ੍ਹਾਂ ਦੇ ਰਾਜ ਦੇ ਵਿੱਚ ਗੋਲੀकांड ਹੋ ਗਏ, ਜਿਨ੍ਹਾਂ ਨੇ ਕ੍ਰਿਸ਼ੀ ਕਾਨੂੰਨ ਦੇ ਹੱਕ ਵਿੱਚ ਵੀਡੀਓ ਬਣਾਈਆਂ, ਜਿਹੜੇ ਕ੍ਰਿਸ਼ੀ ਕਾਨੂੰਨ ਕਰਕੇ 700 ਕਿਸਾਨ ਸ਼ਹੀਦ ਹੋ ਗਏ। ਅੱਜ ਭਾਰਤੀ ਜਨਤਾ ਪਾਰਟੀ ਦਾ ਤਾਂ ਫਿਰ ਤੋਂ ਇੱਕ ਵਾਰੀ ਬਹੁਤ ਮਿਹਰਬਾਨੀ ਅਲਾਈਅੰਸ ਸਾਰੇ ਮਹਿਮਾਨਾਂ ਦਾ ਬਹੁਤ ਮੈਂ ਕਹੂੰਗਾ ਐਕਸਪੋਜ਼ ਹੋ ਗਿਆ ਜੈਸੇ ਘਬਰਾ ਗਏ ਆ ਤਾਂ ਕਰਕੇ ਐਕਸਪੋਜ਼ ਹੋ ਰਿਹਾ ਹੈ, ਐਕਸਪੋਜ਼ ਹੋ ਰਿਹਾ ਤਾਂ ਕਰਕੇ ਤਾਂ ਕਰਕੇ ਕਰਦੇ ਆ। ਮੈਂ ਕਹਿੰਦਾ ਤਾਂ ਇੰਟਰਪਟ ਕਰੇ ਕਿਉਂਕਿ ਐਕਸਪੋਜ਼ ਹੋ ਗਿਆ, ਅੱਜ ਘਬਰਾ ਗਏ ਨੇ, ਬੁਖਲਾ ਗਏ ਨੇ। ਇਹ ਬੁਖਲਾਹਟ ਹੈ, ਇਹ ਬੁਖਲਾਹਟ ਹੈ। ਉਹਨੂੰ ਐਕਸਪੋਜ਼ ਕੀਤਾ ਅੱਜ, ਥੈਂਕ ਯੂ, ਧੰਨਵਾਦ। ਉਹਨੂੰ ਐਕਸਪੋਜ਼ ਕੀਤਾ ਅੱਜ, ਧੰਨਵਾਦ ਖੁੱਲ ਕੇ ਐਕਸਪੋਜ਼ ਕਰਤਾ। ਐਸਏਡੀ ਖੁੱਲ ਕੇ ਐਕਸਪੋਜ਼ ਹੋ ਗਿਆ, ਕੋਈ ਫਾਇਦਾ ਨਹੀਂ, ਸੁਣਾਈ ਨਹੀਂ ਦੇਗਾ। ਐਸਏਡੀ ਤੇ ਸੈਡ ਹੀ ਹੋ ਗਿਆ, ਮਿਲਾਂਗੇ ਆਪਾਂ ਫਿਰ ਐਸਏਡੀ ਸੈਡ ਹੋ ਗਿਆ, ਥੈਂਕ ਯੂ, ਖਤਮ ਹੀ ਹੋ ਗਿਆ ਐਸਏਡੀ, ਪੰਜਾਬ 'ਚ ਵੀ ਖਤਮ। ਬਹੁਤ ਮਿਹਰਬਾਨੀ ਸਾਰੇ ਮਹਿਮਾਨਾਂ ਦੀ। ਮੁੱਦਾ ਵਾਕਈ ਬਹੁਤ ਵੱਡਾ ਸੀ, ਇਸ ਕਰਕੇ ਰਾਏ ਵੀ ਵੱਖਰੋ ਵੱਖਰੀ ਹੋਣੀ ਸੁਭਾਵਿਕ ਹੈ ਤੇ ਟਕਰਾਓ ਵੀ ਸੁਭਾਵਿਕ ਹੈ। 24 ਦੀਆਂ ਪਾਰਲੀਮੈਂਟ ਚੋਣਾਂ ਪੰਜਾਬ ਸਮੇਤ ਦੇਸ਼ ਦੇ ਲੋਕ ਫੈਸਲਾ ਕਰਨਗੇ। ਤਦ ਤੱਕ ਜਿਹੜਾ ਭਵਿੱਖ 'ਚ ਸਵਾਲ ਉੱਠਦੇ ਰਹਿਣਗੇ, ਕਿਹਦੇ ਗੱਠਜੋੜ ਕਿਸ ਦੇ ਨਾਲ ਤੇ ਕਿਸ ਦੀਆਂ ਦਾਅਵੇਦਾਰੀਆਂ 13 ਸੀਟਾਂ ਦੇ ਲਈ ਤੇ ਕੌਮੀ ਪੱਧਰ ਤੇ ਕੌਣ ਆਏਗਾ ਸੱਤਾ 'ਚ। ਆਪਾਂ ਫਿਰ ਵੀ ਇਹਨਾਂ ਮੁੱਦਿਆਂ ਤੇ ਬਹਿਸ ਆਪਣੀ ਜਾਰੀ ਰੱਖਾਂਗੇ। ਅੱਜ ਜਿਹੜੇ ਮਹਿਮਾਨ ਇਸ ਮਾਮਲੇ ਤੇ ਸਾਡੇ ਨਾਲ ਸਾਰੇ ਸਤਿਕਾਰਤ ਮਹਿਮਾਨ ਜੁੜੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਹੀ ਤੁਹਾਡੇ ਕੋਲੋਂ ਵੀ ਆਪਾਂ ਲੈ ਰਹੇ ਇਜਾਜ਼ਤ। ਸਤਿ ਸ੍ਰੀ ਅਕਾਲ।